ਸੁਖਵੀਰ ਨੂੰ ਐਂਡ ਪਾਰਟੀ ਨੂੰ ਸੌਦਾ ਸਾਧ ਹੁਣ ਜੇਲ੍ਹ 'ਚ ਹੈ, ਉਹਨਾਂ ਦੇ ਡੇਰਾ ਪ੍ਰੇਮੀਆਂ ਨੂੰ ਵਿਚਾਰਿਆਂ ਨੂੰ ਔਖਾ ਹੈ। ਇਹਨੂੰ ਉਹਦੇ ਵਾਲੀ ਗੱਦੀ ਸਾਂਭਣੀ ਚਾਹੀਦੀ ਹੈ। ਤੇ ਆਹ ਜਿਹੜੀ ਬੀਬੀ ਜੰਗੀਰ ਕੌਰ ਹੈ ਜਾਂ ਹੋਰ ਨੇ, ਇਹਨਾਂ ਨੂੰ ਦਿੱਤਿਆ ਨਹੀਂ ਸੀ ਉਹਨਾਂ ਦੇ ਜਿਹੜੇ ਚੇਲੇ ਚਾਟੜੇ, ਇਹਨਾਂ ਨੂੰ ਉਹ ਉਹਦੇ ਦੇ ਕੇ ਇੱਧਰੋਂ ਸਾਡੇ ਇਹ ਗਲੋਂ ਲਹੋ। ਜਵਾਬ ਹੈ ਬੀਬੀ ਜੰਗੀਰ ਕੌਰ ਜੀ ਤੁਹਾਡੇ ਕੋਲ, ਯਾਨੀ ਹਰਪ੍ਰੀਤ ਸਿੰਘ ਜੀ ਹੈਗਾ ਦਮ? ਪੁੱਛੋਗੇ ਬਾਦਲਾਂ ਨੂੰ ਇਹ ਗੱਲ ਜਿਹੜੀ ਮੈਂ ਹੁਣ ਕਹਿਣ ਲੱਗਿਆ? ਸੁਖਵੀਰ ਸਿੰਘ ਦੇਂਗਾ ਜਵਾਬ? ਸੁਖਵੀਰ ਬਾਦਲ ਨੂੰ ਟਾਰਗੇਟ ਕਰ ਰਹੇ ਹੋ, ਪਰ ਸੁਖਵੀਰ ਬਾਦਲ ਕਹਿੰਦੇ ਆ ਕਿ ਅਸੀਂ ਤਾਂ ਅਰਦਾਸ ਕੀਤੀ ਹੈ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ ਜਾਂ ਇੱਥੇ ਸਿਆਸਤ ਕਰ ਰਿਹਾ ਉਹਨਾਂ ਦਾ ਕੱਖ ਨਾ ਰਵੇ। ਮੈਂ ਉੱਥੇ 4 ਸਵਾਲ ਪੁੱਛ ਲਏ, ਉਹ ਸਵਾਲ ਇੰਨਾ ਤੀਰ ਨਿਸ਼ਾਨੇ ਤੇ ਵੱਜਿਆ, ਬੀਬੀ ਜੰਗੀਰ ਕੌਰ ਉੱਥੇ ਬੋਲ ਨਹੀਂ ਰਹੀ, ਅਸਲ 'ਚ ਉਹਦੀਆਂ ਚੀਕਾਂ ਨਿਕਲ ਰਹੀਆਂ। ਇਸ ਜਥੇਦਾਰ ਸਾਹਿਬ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪ ਸਜ਼ਾ ਦੇਵਾਂਗੇ ਜਾਂ ਫਿਰ ਆਪ ਕਾਰਵਾਈਆਂ ਕਰਾਂਗੇ, ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ। ਸਾਡੇ ਕੋਲ ਤਾਂ ਜਦੋਂ ਬਾਦਲ ਨੇ ਸਰਪੰਚੀ ਸ਼ੁਰੂ ਕੀਤੀ ਆ ਉਦੋਂ ਤੋਂ ਇਹਦੇ ਵੱਡੇ ਗੁਨਾਹ ਕੀ ਨੇ ਅੱਜ ਤੱਕ ਦੀ ਸਾਰੀ ਫਾਈਲ ਪਈ ਆ। ਤੇ ਮੈਂ ਤੁਹਾਨੂੰ ਇਹਨਾਂ ਦੀ ਕਰਤੂਤ ਦੱਸਦਾ, ਆਹ 2 ਪੁਆਇੰਟ ਦੇ ਦਿੰਦਾ, ਮੇਰੇ ਕੋਲ ਤਾਂ ਇਹਨਾਂ ਦੇ ਚਿੱਠੇ ਪਏ ਆ ਸਾਰੇ। ਆ ਬੀਬੀ ਜੰਗੀਰ ਕੌਰ ਇੱਕ ਗੱਲ ਹੋਰ ਕਹਿੰਦੇ ਉੱਥੇ, ਕਹਿੰਦੀ ਆ ਕਿ ਗੋਲੀ ਕੇਸ ਖਤਮ ਹੋ ਗਿਆ, ਹਾਈ ਕੋਰਟ ਨੇ ਮਾਰੀ ਫਾਈਲ ਚੱਕ ਕੇ ਪਰੇ, ਉਹ ਗੋਲੀ ਕੇਸ ਦਾ ਕੋਈ ਮਸਲਾ ਨਹੀਂ। ਬੀਬੀ ਜੰਗੀਰ ਕੌਰ ਜੀ, ਹਾਈ ਕੋਰਟ ਵੱਲੋਂ ਇਦਾਂ ਫਾਈਲ ਚੱਕ ਕੇ ਮਾਰਨ ਦੇ ਨਾਲ ਉਹ ਜਿਹੜੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਉਹ ਦੁਬਾਰਾ ਜਿਉਂਦੇ ਹੋ ਗਏ। ਤੇ ਇਦਾਂ ਤੁਸੀਂ ਕਿਵੇਂ ਭੱਜੋਗੇ? ਜਿਹੜੀਆਂ ਗੋਲੀਆਂ ਚਲਵਾਈਆਂ ਤੁਹਾਡੀ ਸਰਕਾਰ ਦੇ ਵਿੱਚ ਚੱਲੀਆਂ, ਸੁਖਵੀਰ ਦੇ ਕਹਿਣ ਤੇ ਚੱਲੀਆਂ, ਜਿਹੜੀਆਂ ਸੁਮੇਧ ਸੈਣੀ ਦੇ ਕਹਿਣ ਤੇ ਚੱਲੀਆਂ, ਜਿਹੜੇ ਪੰਥਕ ਸਫਾਂ ਦੇ ਵਿੱਚੋਂ ਬਿਲਕੁਲ ਜ਼ੀਰੋ ਹੋ ਚੁੱਕੇ ਨੇ, ਉਹਨਾਂ ਨੂੰ ਦੁਬਾਰਾ ਫਿਰ ਤੋਂ ਖੜਾ ਕਰਨ ਦੇ ਲਈ ਬੜੀ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਸ ਤਰ੍ਹਾਂ ਦੇ ਜਿਹੜੇ ਇਕੱਤਰਤਾਵਾਂ ਸੱਦੀਆਂ ਜਾਂਦੀਆਂ ਨੇ। ਮੈਂ ਗੁਰੂ ਤੇ ਭਰੋਸਾ ਰੱਖ ਕੇ ਕਹਿਣਾ, ਗਿਆਨੀ ਹਰਪ੍ਰੀਤ ਸਿੰਘ ਜੀ, ਬਾਦਲਾਂ ਨੂੰ ਪੰਥਕ ਸਭਾ 'ਚ ਖੜਦੇ ਖੜਦੇ ਤੁਸੀਂ ਖੁਦ ਡਿੱਗ ਪੈਣਾ। ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਬਾਦਲਾਂ ਨੂੰ ਬਚਾਉਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਾਰੀ ਮੀਟਿੰਗ ਸੱਦੀ ਗਈ ਹੈ? ਮੈਂ ਪੁੱਛਣਾ ਚਾਹੁੰਦਾ ਸੁਖਵੀਰ ਬਾਦਲ ਨੂੰ, ਇਹਨਾਂ ਦੇ ਛੋਟੇ ਛੋਟੇ ਆ ਚਮਚਿਆਂ ਨੂੰ, ਵੈਸੇ ਜੰਗੀਰ ਕੌਰ ਦੀ ਉੱਦਾਂ ਤੁਹਾਨੂੰ ਪਤਾ ਹੀ ਆ ਕੀ ਆ, ਉਹ ਕਿਸੇ ਇੱਕ ਵੀ ਮੋਨੇ ਮੁੰਡੇ ਤੋਂ ਇਸ ਵਿਸ਼ੇ ਤੇ ਪੁੱਛਗਿੱਛ ਕੀਤੀ ਹੈ, ਉਹਨਾਂ ਦੇ ਨਾਂ ਦੇ ਦਿਓ ਸਾਨੂੰ। ਫੜ ਕੇ ਚੱਡੇ ਪਾੜੇ ਬੇਕਸੂਰ ਸਿੱਖਾਂ ਦੇ ਤੁਸੀਂ। ਅੱਜ ਸਾਡੀ ਪ੍ਰਚਾਰਕਾਂ ਦੀ ਵਿਰੋਧਤਾ, ਸਿੱਖ ਸੰਗਤਾਂ ਦੀ ਵਿਰੋਧਤਾ ਕੌਣ ਕਰ ਰਿਹਾ? ਡੇਰਾ ਪ੍ਰੇਮੀ, ਜਾਂ ਇਹਨਾਂ ਦਾ ਜਿਹੜਾ ਗੁਰੂ ਬਣਾਇਆ ਹੋਇਆ ਰਾਮ ਰਹੀਮ, ਜਾਂ ਇਹ ਬਾਦਲ ਕੇ। ਇਹ ਤਿੰਨਾਂ ਨੂੰ ਸਾਡੇ ਤੋਂ ਤਕਲੀਫ ਕਿਉਂ ਹੋ ਰਹੀ ਹੈ? ਕਹਿੰਦੇ ਕਿ ਤੁਸੀਂ ਕਾਂਗਰਸ ਦੇ ਪਿੱਠੂ ਬਣ ਕੇ ਸਾਨੂੰ ਬਦਨਾਮ ਕਰ ਰਹੇ ਹੋ। ਇਹ ਬਾਦਲ ਕਿਉਂ ਨੂੰ ਪਤਾ ਨਹੀਂ ਕੀ ਹੇਜ ਆਉਂਦਾ ਹੈ। ਸ਼੍ਰੋਮਣੀ ਕਮੇਟੀ ਜਿਹੜੀ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ, ਉਹਨਾਂ ਨੂੰ ਪਤਾ ਨਹੀਂ ਕੀ ਕੈਪਟਨ ਦਾ ਹੇਜ ਆਉਂਦਾ। ਸਾਨੂੰ ਕੈਪਟਨ ਕਣੀ ਮੂੰਹ ਹੀ ਨਹੀਂ ਕਰਨ ਦਿੰਦੇ, ਆਪ ਮੂਹਰੇ ਅੜ ਜਾਂਦੇ ਆ। ਇਹਦੇ ਲਈ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਕੈਪਟਨ ਦਾ ਹਸ਼ਰ ਵੀ ਬਾਦਲਾਂ ਵਾਲਾ ਹੋਊਗਾ। ਤੁਸੀਂ ਵੇਖਦੇ ਜਾਇਓ, ਇਹਨਾਂ ਨੂੰ ਲਗਾਤਾਰ ਅਸੀਂ ਨੰਗੇ ਕਰਾਂਗੇ, ਇਹ ਦੁਸ਼ਟਾਂ ਨੂੰ, ਜਿਹੜੇ ਇਹ ਬੈਠੇ ਆ ਨਾ ਗੁਰੂ ਕੇ ਗੋਲਕਾਂ ਤੇ ਬਣ ਕੇ ਉੱਥੇ ਸੱਪ। ਪੰਜਾਬੀ ਨਿਊਜ਼ ਕਾਰਨਰ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਪ੍ਰੀਤ ਸਿੰਘ। ਪੰਜਾਬ ਦੇ ਵਿੱਚ ਬੇਅਦਬੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਭਖਦਾ ਦਿਖਾਈ ਦੇ ਰਿਹਾ। ਜਿਸ ਤਰ੍ਹਾਂ ਲਗਾਤਾਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ, ਉਸ ਤੋਂ ਲੱਗਦਾ ਹੈ ਕਿ ਇਸ ਵਾਰ ਦੀਆਂ ਚੋਣਾਂ ਦੇ ਵਿੱਚ 2022 ਦੇ ਵਿੱਚ ਇੱਕ ਵਾਰ ਫਿਰ ਤੋਂ ਬੇਅਦਬੀ ਦੇ ਮੁੱਦੇ ਦੇ ਉੱਤੇ ਬਹੁਤ ਕੁਝ ਨਿਰਭਰ ਕਰੇਗਾ, ਕਿਉਂਕਿ ਬੀਬੀ ਜੰਗੀਰ ਕੌਰ ਦੇ ਵੱਲੋਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਇੱਕ ਮੀਟਿੰਗ ਦੇ ਵਿੱਚ ਭਾਈ ਹਰਜਿੰਦਰ ਸਿੰਘ ਮਾਝੀ ਦੇ ਉੱਤੇ ਵੱਡੇ ਦੋਸ਼ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜੋ ਕੁਝ ਵੀ ਹੋਇਆ ਸੀ, ਹਰਜਿੰਦਰ ਸਿੰਘ ਮਾਝੀ ਹੁਣ ਬਾਕੀ ਪ੍ਰਚਾਰਕ ਹੁਣ ਉਹਨਾਂ ਨੇ ਜੋ ਧਰਨੇ ਲਾਏ ਸੀ, ਅਸਲ ਦੋਸ਼ੀ ਹੀ ਇਹ ਨੇ ਬੇਅਦਬੀ ਦੇ। ਇਸ ਮਸਲੇ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਰਜਿੰਦਰ ਸਿੰਘ ਮਾਝੀ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਸਾਰੇ ਮਸਲੇ ਦੇ ਵਿੱਚ ਉਹਨਾਂ ਨੇ ਬੀਬੀ ਜੰਗੀਰ ਕੌਰ ਦਾ ਜੋ ਬਿਆਨ ਹੈ ਉਸ ਬਾਰੇ ਉਹ ਕੀ ਸੋਚਦੇ ਆ, ਤੇ ਬੀਬੀ ਜੰਗੀਰ ਕੌਰ ਦੇ ਬਿਆਨ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਕੀ ਗੱਲਾਂ ਚੱਲ ਰਹੀਆਂ ਨੇ, ਸਾਰੀ ਗੱਲਬਾਤ ਕਰਨ ਦੇ ਲਈ ਉਹਨਾਂ ਕੋਲ ਪਹੁੰਚੇ। ਮਾਝੀ ਸਾਹਿਬ, ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਜੀ ਪਿਛਲੇ ਦਿਨੀ ਬੀਬੀ ਜੰਗੀਰ ਕੌਰ ਦੇ ਵੱਲੋਂ ਇੱਕ ਮੀਟਿੰਗ ਦੇ ਵਿੱਚ ਜਿਵੇਂ ਤੁਹਾਡਾ ਨਾਮ ਸਿੱਧੇ ਤੌਰ ਤੇ ਲਿਆ ਗਿਆ ਕਿ ਇਹ ਮਾਝੀ ਸਾਂਝੀ ਜਿਹੜੇ ਨੇ, ਇਹ ਤੁਹਾਡਾ ਜਿਹੜਾ ਨਾਮ ਲੈ ਕੇ ਕਿਹਾ ਗਿਆ ਕਿ ਇਹੀ ਦੋਸ਼ੀ ਨੇ ਬੇਅਦਬੀ ਦੇ, ਇਹਨਾਂ ਨੇ ਧਰਨੇ ਲਾਏ ਸੀ, ਤੁਸੀਂ ਉਹ ਬਿਆਨ ਨੂੰ ਕਿਵੇਂ ਦੇਖਦੇ ਹੋ?
ਬੀਬੀ ਜੰਗੀਰ ਕੌਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਤੇ ਮੈਂ ਉਮਰ ਦੇ ਲਿਹਾਜ਼ ਨਾਲ ਜੇ ਗੱਲ ਕਰਾਂ ਤਾਂ ਉਹਨਾਂ ਦੀ ਉਮਰ ਮੇਰੇ ਮਾਤਾ ਜੀ ਤੋਂ ਹੀ ਉਮਰ ਤੋਂ ਵੀ ਵੱਡੀ ਲੱਗਦੀ ਹੈ, ਤਾਂ ਉਮਰ ਦੇ ਲਿਹਾਜ਼ ਨਾਲ ਬਹੁਤ ਸਤਿਕਾਰਯੋਗ ਨੇ। ਪਰ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਬੋਲਣਾ ਮਾਝੀ ਸਾਜੀ, ਤਾਂ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਦਾ ਬੀਬੀ ਜੰਗੀਰ ਕੌਰ ਜੀ ਨੂੰ ਕਿ ਮੈਨੂੰ ਤਾਂ 4-5 ਗਾਲਾਂ ਹੋਰ ਕੱਢ ਲਓ, 10 ਕੱਢ ਲਓ, 12 ਕੱਢ ਲਓ, ਪਰ ਬੀਬੀ ਜੀ ਮੈਂ ਜਿਹੜੇ ਉਹ 4 ਸਵਾਲ ਪੁੱਛੇ ਸੀ ਤੁਹਾਨੂੰ ਜੌਲੀਆਂ ਪਿੰਡ ਦੇ ਵਿੱਚ ਜਦੋਂ ਤੁਸੀਂ ਆਏ ਸੀ, ਮੈਂ ਰਿਸਪੈਕਟਫੁਲੀ ਤੁਹਾਨੂੰ ਪੁੱਛੇ ਸੀਗੇ 4 ਸਵਾਲ। ਉਹਨਾਂ ਸਵਾਲਾਂ ਦਾ ਜਵਾਬ ਤੁਸੀਂ ਇਹ ਕਹਿ ਕੇ ਗਏ ਸੀ ਉੱਥੇ ਕਿ ਲਿਖਤੀ ਰੂਪ ਦੇ ਵਿੱਚ ਮੈਂ ਤੁਹਾਨੂੰ ਭੇਜਾਂਗੀ, ਕਿਉਂਕਿ ਮੈਂ ਇੱਕ ਜ਼ਿੰਮੇਵਾਰ ਉਹਦੇ ਤੇ ਆ, ਮੇਰਾ ਫਰਜ਼ ਬਣਦਾ, ਮੇਰੀ ਡਿਊਟੀ ਹੈ ਮੈਂ ਭੇਜਾਂ। ਉਹਨਾਂ ਦਾ ਜਵਾਬ ਬੀਬੀ ਜੀ ਅਜੇ ਤੱਕ ਤੁਹਾਡੇ ਤੋਂ ਨਹੀਂ ਆਇਆ, 1 ਮਹੀਨਾ ਲਗਭਗ ਹੋ ਗਿਆ, ਅਸੀਂ ਉਹ ਜਵਾਬ ਉਡੀਕ ਰਹੇ ਹਾਂ। ਤੁਸੀਂ ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾਓ, ਉਹ ਜਵਾਬ ਦਿਓ। ਦੂਜਾ ਜਿਹੜਾ ਇਹ ਕਹਿ ਰਹੇ ਨੇ ਵੀ ਬੇਅਦਬੀ ਦੇ ਦੋਸ਼ੀ ਹੋਈ ਇਹ ਨੇ ਜੀ, ਇਹ ਜਿਹੜਾ ਬਾਦਲ ਕਹਿੰਦਾ ਹੈਗਾ ਜੀ, ਇਹ ਕੋਈ ਨਵਾਂ ਕੰਮ ਤਾਂ ਹੈ ਨਹੀਂ। 2015 ਦੇ ਵਿੱਚ ਵੀ ਇਹ ਸਾਡੇ ਬੇਕਸੂਰ ਨੌਜਵਾਨਾਂ ਦੇ ਉੱਤੇ ਕਹਿਰ ਢਾਉਂਦੇ ਸੀ। ਇਹਨਾਂ ਦਾ ਜਿਹੜਾ ਵੱਡਾ ਹੈਗਾ ਉਹ ਸੁਖਵੀਰ ਤਾਂ ਐਡਾ ਵੱਡਾ ਡਰਾਮੇਬਾਜ਼ ਕਿ ਉਹਨੇ 15 ਦੇ ਵਿੱਚ ਜਾ ਕੇ ਉੱਥੇ ਪ੍ਰੈਸ ਕਾਨਫਰੰਸ 'ਚ ਉੱਠਿਆ ਸੀਗਾ ਕਿ ਮੈਂ ਤਾਂ ਹੁਣ ਭਾਵੁਕ ਹੋ ਗਿਆ, ਜਾ ਕੇ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਗਿਆ ਕਿ ਮੈਂ ਸ਼ੁਕਰ ਕਰਕੇ ਆਵਾਂ ਗੁਰੂ ਮਹਾਰਾਜ ਜੀ ਮੇਰੇ ਤੋਂ ਸੇਵਾ ਲੈ ਲਈ, ਮੈਂ ਬੇਅਦਬੀ ਦੇ ਦੋਸ਼ੀ ਲੱਭ ਲਏ। ਬੇਕਸੂਰ ਸਾਡੇ ਸਿੱਖ ਨੌਜਵਾਨਾਂ ਦੇ ਸਿਰ ਮੜਨਾ ਚਾਹੁੰਦੇ ਸੀਗੇ। ਇਹਨਾਂ ਨੇ ਪਹਿਲਾਂ ਵੀ ਯਤਨ ਕਰਿਆ, ਉਦੋਂ ਵੀ ਇਹਨਾਂ ਦਾ ਕੋਈ ਯਤਨ ਸਫਲ ਨਹੀਂ ਹੋਇਆ, ਤੇ ਹੁਣ ਤਾਂ ਹੋਣਾ ਹੀ ਕੀ ਆ, ਹੁਣ ਤਾਂ ਇਹ ਬਸ ਨਹੀਂ। ਹੁਣ ਵੀ ਜਿਹੜੀ ਗੱਲ ਸਾਹਮਣੇ ਆਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ, ਜਿਹੜੇ ਖੱਟੜਾ ਸਾਹਿਬ ਨੇ DIG ਸਾਬਕਾ, ਉਹਨਾਂ ਨੇ ਵੀ ਉਸ ਮੀਟਿੰਗ ਦੇ ਵਿੱਚ ਇਹੀ ਆਖਿਆ ਕਿ ਰੁਪਿੰਦਰ ਸਿੰਘ ਪੰਜਗਰਾਈ ਆਪਣੇ ਨੇਫੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪੱਤਰੇ ਅੰਗ ਨੇ ਉਹ ਲੈ ਕੇ ਗਏ ਆ। ਵੀਰ ਜੀ ਗੁਰਪ੍ਰੀਤ ਸਿੰਘ ਜੀ, 2 ਗੱਲਾਂ ਹੋ ਗਈਆਂ। ਇੱਕ ਤਾਂ ਖੱਟੜਾ ਸਾਹਿਬ ਨੇ ਉੱਥੇ ਬੜਾ ਸਪਸ਼ਟ ਉਸੇ ਮੀਟਿੰਗ 'ਚ ਇਹ ਕਿਹਾ ਕਿ ਉੱਥੇ ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਜਦੋਂ ਬੁਰਜਵਾਰ ਸਿੰਘ ਵਾਲੇ ਦੀਵਾਨ ਲਾਏ, ਨਾਲ ਉਹਨਾਂ ਨੇ ਇਹ ਵਰਡਿੰਗ ਬੋਲੀ ਕਿ ਉਹ ਚੰਗਾ ਪ੍ਰਚਾਰਕ ਹੈ, ਉਹਨਾਂ ਨੇ ਸ਼ਬਦ ਕਿਹਾ। ਉਹਨਾਂ ਨੇ ਕਿਹਾ ਵੀ ਉੱਥੇ ਲੌਕਟ ਉਤਾਰ ਕੇ ਜਿਹੜੇ ਡੇਰਾ ਪ੍ਰੇਮੀ ਸੀਗੇ ਸਿੱਖੀ 'ਚ ਸ਼ਾਮਲ ਹੋ ਗਏ ਸੀ। ਦੂਜਾ ਉਹ ਕਹਿ ਰਹੇ ਨੇ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਕਿ ਅਸੀਂ ਜਾਂਚ ਇੱਧਰ ਉੱਧਰ ਲੈ ਕੇ ਜਾਂਦੇ ਰਹੇ, ਕਦੇ ਰੁਪਿੰਦਰ ਵੱਲ ਕਦੇ ਇੱਧਰ ਉੱਧਰ ਭੁਲੇਖੇ 'ਚ ਪਏ ਰਹੇ, ਤਾਂ ਕਰਕੇ ਅਸੀਂ ਲੇਟ ਹੋ ਗਏ। ਮੇਨ ਦੋਸ਼ੀ ਉਹ ਵੀ ਸੌਦਾ ਸਾਧ ਦੇ ਚੇਲਿਆਂ ਨੂੰ ਵੀ ਮੰਨ ਰਹੇ ਆ। ਤਾਂ ਉੱਥੇ ਜਿਹੜੀ ਉਹ ਨੇਫੇ 'ਚ ਅੰਕ ਪਾਉਣ ਵਾਲੀ ਗੱਲ ਕਰਦੇ ਆ, ਉਹਦੇ 'ਚ ਮੈਨੂੰ ਤਾਂ ਕੋਈ ਦਮ ਲੱਗ ਨਹੀਂ ਰਿਹਾ, ਤੇ ਉਹ ਤਾਂ ਸਾਰੀਆਂ ਹੁਣ ਉਸ ਵੇਲੇ ਦੀਆਂ ਨਿਊਜ਼ ਪਈਆਂ ਨੇ। ਕਿਉਂਕਿ ਅਸਲ 'ਚ ਹੋਇਆ ਇਹ ਸੀਗਾ ਕਿ ਬੇਅੰਤ ਸਿੰਘ ਨੇ ਉੱਥੇ ਕੋਟਕਪੂਰੇ ਤੋਂ ਵੀਰ ਉਹਨਾਂ ਦੇ ਘਰ ਵਿੱਚ ਅੰਕ ਜਿਹੜੇ ਸੀਗੇ ਸੰਭਾਲੇ ਸੀ। ਉਹਦਾ ਵੀ ਕਾਰਨ ਹੈ, ਜਦੋਂ ਦੇਖੋ ਤੁਸੀਂ ਪੁਲਿਸ ਡਾਂਗਾ ਮਾਰੂਗੀ, ਗੋਲੀਆਂ ਚਲਾਊ, ਇਹ ਸਾਰਾ ਕੁਝ ਕਰੂਗੀ, ਪੁਲਿਸ ਦੇ ਉੱਤੇ ਭਰੋਸਾ ਰਹਿ ਜੂ ਕਿਸੇ ਦਾ। ਉਹ ਫਿਰ ਕਿਹਾ ਵੀ ਇਹ ਅੰਕਾਂ ਨੂੰ ਕੌਣ ਸੰਭਾਲੇ, ਫਿਰ ਉਹ ਲੋਕਲ ਸਿੰਘ ਦੀ ਡਿਊਟੀ ਲਾਤੀ ਉੱਥੇ ਭਾਈ ਬੇਅੰਤ ਸਿੰਘ ਹੋਰਾਂ ਦੀ, ਉਹਨਾਂ ਨੇ ਚਲੋ ਸੰਭਾਲ ਲਏ ਉੱਥੇ ਜੀ। ਤਾਂ ਫਿਰ ਉਹਨੇ ਲੰਮੇ ਟਾਈਮ ਬਾਅਦ ਹੁਣ ਇਸ ਤਰ੍ਹਾਂ ਦੀਆਂ ਗੱਲਾਂ, ਇਹ ਤਾਂ ਮਤਲਬ ਬੜਾ ਸਾਫ਼ ਹੈ ਕਿ ਬੇਅਦਬੀ ਦੇ ਮਸਲੇ ਦੇ ਉੱਤੇ ਇਕੱਤਰਤਾ ਛੱਡ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ, ਵੇਖੋ ਸਾਡਾ ਸਿਧਾਂਤ ਹੈ ਗੁਰਮੁਖ ਵੈਸੋ ਸ਼ਬਾ ਵਿਛਾਏ, ਸਾਡਾ ਇਹ ਵੀ ਸਾਡੀ ਮਰਿਆਦਾ ਰਹੀ ਹੈ। ਸਾਡੇ ਪੁਰਾਤਨ ਲਿਖਤਾਂ ਵਿੱਚ ਮਿਲਦਾ ਹੈ, ਕਾਮ ਪਰਤ ਥਾ ਜੋ ਕਿਛ ਕਵਹੀ, ਕਰਤ ਗੁਰਮਤਾ ਮਿਲ ਕਰ ਸਭਹੀ, ਜਥੇਦਾਰ ਜੋ ਕਿਛ ਕਹਿ ਦੇਤਾ ਸੋਈ ਪੰਥ ਮਾਨ ਸਭ ਲੇਤਾ, ਹੈ ਇਨਮੇ ਇਤਫਾਕ ਮਹਾਨ, ਸਿੱਖ ਸਿੱਖ ਪਰ ਭਾਰਤ ਪ੍ਰਾਣ, ਬਣੇ ਰਹੇ ਸਭ ਸਕੇ ਬਰਾਦਰ, ਇੱਕ ਕੋ ਦੂਸਰ ਦੇਵਤ ਆਦਰ। ਪੰਥ ਵਿੱਚ ਜਦੋਂ ਕੋਈ ਵੀ ਮਸਲਾ ਆਉਂਦਾ ਤੇ ਪੰਥ ਐਦਾਂ ਇਕੱਠੇ ਹੋ ਕੇ ਇੱਕ ਸਰਬੱਤ ਫੈਸਲਾ ਹੁੰਦਾ, ਸਰਬੱਤ ਖਾਲਸੇ ਦਾ, ਸਰਬੱਤ ਸੰਗਤ ਦਾ ਫੈਸਲਾ ਜਿਹੜਾ ਗੁਰਬਾਣੀ ਦੀ ਰੌਸ਼ਨੀ 'ਚ ਹੁੰਦਾ ਹੈ। ਉਸ ਫੈਸਲੇ ਦੇ ਉੱਤੇ ਜਿਹੜਾ ਹੈਗਾ ਫਿਰ ਅਕਾਲ ਤਖਤ ਦਾ ਜਥੇਦਾਰ ਕਹਿ ਲਓ, ਸਪੋਕਸਮੈਨ ਕਹਿ ਲਓ, ਉਹ ਸਰਬੱਤ ਦਾ ਫੈਸਲਾ ਸੁਣਾਉਂਦਾ ਸੰਗਤ ਨੂੰ। ਇਹ ਤਾਂ ਹੈਗੀ ਸਾਡੀ ਮਰਿਆਦਾ। ਪਰ ਇਹ ਜੋ ਕੁਝ ਕਰ ਰਿਹਾ, ਇਕੱਤਰਤਾ ਸੱਦ ਰਹੇ ਆ ਬੇਅਦਬੀ ਦੇ ਮਸਲੇ ਤੇ, ਕਿਸੇ ਇੱਕ ਵੀ ਬੰਦੇ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਸਪਸ਼ਟ ਕਰ ਦੇਣ ਕਿ ਬੇਅਦਬੀ ਘਟਨਾਕ੍ਰਮ ਤੇ ਜਿਹੜੇ ਲੜਾਈ ਲੜਨ ਵਾਲੇ ਮੇਨ ਬੰਦੇ ਆ, ਉਹਨਾਂ ਚੋਂ ਕਿਸੇ ਇੱਕ ਨੂੰ ਸੁਨੇਹਾ ਦਿੱਤਾ? ਕਿਉਂ ਨਹੀਂ ਪਹੁੰਚਿਆ ਕੋਈ? ਫਿਰ ਕਿਸੇ ਨੂੰ ਕੋਈ ਸੱਦਾ ਨਹੀਂ। ਜਿਹੜੇ ਸਾਡੇ ਵੇਕਸੂਰ ਆ, ਬੀਬੀ ਜੰਗੀਰ ਕੌਰ ਇੱਕ ਗੱਲ ਹੋਰ ਕਹਿੰਦੇ ਉੱਥੇ, ਕਹਿੰਦੀ ਆ ਕਿ ਗੋਲੀ ਕੇਸ ਖਤਮ ਹੋ ਗਿਆ, ਹਾਈ ਕੋਰਟ ਨੇ ਮਾਰੀ ਫਾਈਲ ਚੱਕ ਕੇ ਪਰੇ, ਉਹ ਗੋਲੀ ਕੇਸ ਦਾ ਕੋਈ ਮਸਲਾ ਨਹੀਂ। ਬੀਬੀ ਜੰਗੀਰ ਕੌਰ ਜੀ, ਹਾਈ ਕੋਰਟ ਵੱਲੋਂ ਇਦਾਂ ਫਾਈਲ ਚੱਕ ਕੇ ਮਾਰਨ ਦੇ ਨਾਲ ਉਹ ਜਿਹੜੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਉਹ ਦੁਬਾਰਾ ਜਿਉਂਦੇ ਹੋ ਗਏ? ਉਹਨਾਂ ਦਾ ਮਸਲਾ ਤਾਂ ਹੱਲ ਨਹੀਂ ਨਾ, ਉਹ ਤਾਂ ਹੱਲ ਨਹੀਂ ਨਾ ਹੋਇਆ। ਤੇ ਇਦਾਂ ਤੁਸੀਂ ਕਿਵੇਂ ਭੱਜੋਗੇ? ਜਿਹੜੀਆਂ ਗੋਲੀਆਂ ਚਲਵਾਈਆਂ ਤੁਹਾਡੀ ਸਰਕਾਰ ਦੇ ਵਿੱਚ ਚੱਲੀਆਂ, ਸੁਖਵੀਰ ਦੇ ਕਹਿਣ ਤੇ ਚੱਲੀਆਂ, ਜਿਹੜੀਆਂ ਸੁਮੇਧ ਸੈਣੀ ਦੇ ਕਹਿਣ ਤੇ ਚੱਲੀਆਂ, ਉਹ ਦੁਬਾਰਾ ਸਿੱਟ ਜਾਂਚ ਕਰ ਰਹੀ ਹੈ, ਸਾਰਾ ਕੁਝ ਸਾਰਾ ਸਪਸ਼ਟ ਹੈ ਸਭ ਕੁਝ। ਸੋ ਇਸ ਲਈ
ਇਹ ਬਸ ਉੱਥੇ ਨਾ ਉਹ ਸ਼ਹੀਦ ਪਰਿਵਾਰਾਂ ਨੂੰ ਤਾਂ ਘੱਟੋ ਘੱਟ ਸੱਦ ਲੈਂਦੇ ਨਾ ਵੀ ਭਾਈ ਤੁਹਾਡੇ ਤਾਂ ਜੀ ਚਲੇ ਗਏ ਨਾ ਇਸ ਬੇਅਦਬੀ ਦੇ ਘਟਨਾਕ੍ਰਮ ਦੇ ਦੌਰਾਨ ਸ਼ਾਂਤਮਈ ਰੋਸ ਜਤਾਉਂਦਿਆਂ ਇੱਕ ਦੇ। ਪਾਸੜ ਮੰਨਦੇ ਹੋ ਸਾਰੀ ਮੀਟਿੰਗ ਨੂੰ ਤੁਸੀਂ? ਇੱਕ ਪਾਸੜ ਕੀ, ਮੈਂ ਸਾਫ਼ ਕਹਿਣਾ ਜੀ, ਬਾਦਲ ਜਿਹੜੇ ਪੰਥਕ ਸਫਾਂ ਦੇ ਵਿੱਚੋਂ ਬਿਲਕੁਲ ਜ਼ੀਰੋ ਹੋ ਚੁੱਕੇ ਨੇ, ਉਹਨਾਂ ਨੂੰ ਦੁਬਾਰਾ ਫਿਰ ਤੋਂ ਖੜਾ ਕਰਨ ਦੇ ਲਈ ਬੜੀ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਸ ਤਰ੍ਹਾਂ ਦੇ ਜਿਹੜੇ ਇਕੱਤਰਤਾਵਾਂ ਸੱਦੀਆਂ ਜਾਂਦੀਆਂ ਨੇ। ਪਰ ਮੈਂ ਗੁਰੂ ਤੇ ਭਰੋਸਾ ਰੱਖ ਕੇ ਕਹਿੰਦਾ ਮੇਰੀ ਕੀ ਔਕਾਤ ਹੈ, ਮੈਂ ਤਾਂ ਹੈ ਹੀ ਕੁਛ ਨਹੀਂ। ਮੈਂ ਤਾਂ ਬੀਬੀ ਜਗੀਰ ਮੈਂ ਬੇਨਤੀ ਕਰਾਂ, ਮੈਂ ਗੁਰੂ ਤੇ ਭਰੋਸਾ ਰੱਖ ਕੇ ਕਹਿਣਾ ਗਿਆਨੀ ਹਰਪ੍ਰੀਤ ਸਿੰਘ ਜੀ, ਬਾਦਲਾਂ ਨੂੰ ਪੰਥਕ ਸਭਾ 'ਚ ਖੜਦੇ ਖੜਦੇ ਤੁਸੀਂ ਖੁਦ ਡਿੱਗ ਪੈਣਾ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ, ਮੇਰਾ ਫੈਸਲਾ ਨਹੀਂ, ਰੱਬ ਦਾ ਫੈਸਲਾ ਹੈ। ਕੂੜ ਨਖੁੱਟੇ ਨਾਨਕਾ ਓੜਕ, ਸੱਚ ਰਹੀ ਰਹਿਣਾ ਸੱਚ ਨੇ ਹੈ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਬੀਬੀ ਜੰਗੀਰ ਕੌਰ ਲਾ ਲੇ, ਕੋਈ ਹੋਰ ਲਾ ਲੇ, ਇਹ ਜਿੰਨਾ ਇਹ ਝੂਠ ਬੋਲਣਗੇ ਉਹਨਾਂ ਬਾਦਲਾਂ ਦਾ ਨੁਕਸਾਨ ਹੋਊ। ਨਹੀਂ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਬਾਦਲਾਂ ਨੂੰ ਬਚਾਉਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਾਰੀ ਮੀਟਿੰਗ ਸੱਦੀ ਗਈ ਹੈ? ਫਿਰ ਇਹਦੇ 'ਚ ਬੜਾ ਸਾਫ਼ ਹੈ ਜੀ, ਇਹਦੇ 'ਚ ਇਹ ਤਾਂ ਕੋਈ ਮੈਨੂੰ ਲੱਗਦਾ ਦਲੀਲਾਂ ਦੇਣ ਦੀ ਲੋੜ ਨਹੀਂ। ਬੇਅਦਬੀ ਦੇ ਮਸਲੇ ਤੇ ਮੀਟਿੰਗ ਸੱਦ ਰਹੇ ਹੋ, ਇਕੱਤਰਤਾ ਸੱਦ ਰਹੇ ਹੋ, ਜਿਹੜੇ ਬੇਅਦਬੀ ਘਟਨਾਕ੍ਰਮ ਦੇ ਵਿੱਚ ਭੂਮਿਕਾ ਨਿਭਾਉਣ ਵਾਲੀਆਂ ਧਿਰਾਂ ਉਹਨਾਂ ਨਾਲ ਰਾਬਤਾ ਨਹੀਂ ਕਰ ਰਹੇ, ਉਹਨਾਂ ਨੂੰ ਸੱਦਿਆ ਕਿਉਂ ਨਹੀਂ? ਹੁਣ ਪੁੱਛ ਲਓ, ਹੁਣ ਸੱਦ ਲਓ ਜੀ ਸਾਨੂੰ, ਅਕਾਲ ਤਖਤ ਸਾਹਿਬ ਤੇ ਸੱਦੋ, ਅਸੀਂ ਤਾਂ ਬੈਠ ਕੇ ਵਿਚਾਰਾਂ ਕਰੀਏ। ਮੈਂ ਤਾਂ ਵਾਰ-ਵਾਰ ਕਹਿਣਾ, ਉਸ ਦਿਨ ਵੀ ਕਿਹਾ ਬੀਬੀ ਜੰਗੀਰ ਕੌਰ ਜੀ ਨੂੰ ਕਿ ਤੁਸੀਂ ਦੱਸੋ, ਅਕਾਲ ਤਖਤ ਸਾਹਿਬ ਤੇ ਬੈਠੀਏ, ਤੇਜਾ ਸਿੰਘ ਸਮੁੰਦਰੀ ਹਾਲ ਤੇ ਬੈਠੀਏ, ਆਪਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਜਿੱਥੇ ਤੁਸੀਂ ਠੀਕ ਸਮਝੋ, ਤੁਹਾਡਾ ਟਾਈਮ, ਤੁਸੀਂ ਦੱਸੋ ਤਾਂ ਸਹੀ, ਸਾਨੂੰ ਸੁਨੇਹਾ ਭੇਜੋ, ਆਈਏ ਯਕਦਮ। ਅਸੀਂ ਤਾਂ ਤੁਹਾਡਾ ਨਾਮ ਕਿਉਂ ਲਿਆ ਗਿਆ? ਬੀਬੀ ਜਗੀਰ ਕੌਰ ਤੋਂ ਪਿਛਲੇ ਦਿਨੀ ਤੁਸੀਂ ਸਵਾਲ ਵੀ ਪੁੱਛੇ ਸੀ, ਜਿਹੜੇ ਜੌਲੀਆਂ ਪਿੰਡ ਦੇ ਵਿੱਚ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਉਸ ਤੋਂ ਬਾਅਦ ਉਦੋਂ ਕਹਿ ਕੇ ਗਏ ਕਿ ਮੈਂ ਜਵਾਬ ਦੇਵਾਂ ਤੁਹਾਨੂੰ, ਪਰ ਉਸ ਤੋਂ ਬਾਅਦ ਜਿਹੜੀ ਇਹ ਮੀਟਿੰਗ ਹੁੰਦੀ ਹੈ, ਇਸ ਦੇ ਵਿੱਚ ਤੁਹਾਡੇ ਖਿਲਾਫ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ, ਜਾਂ ਕਹਿ ਸਕਦੇ ਹਾਂ ਪ੍ਰਧਾਨ ਹੋਣ ਦੇ ਨਾਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਅਜਿਹੀ ਸ਼ਬਦਾਵਲੀ ਨਹੀਂ ਵਰਤੀ ਜਾਣੀ ਚਾਹੀਦੀ ਸੀ, ਤੁਸੀਂ ਵੀ ਪ੍ਰਚਾਰਕ ਹੋ, ਫਿਰ ਤੁਹਾਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ? ਦੇਖੋ, ਮੈਂ ਤਾਂ ਸਮਝਦਾ ਜਿੱਥੋਂ ਤੱਕ ਜਿਹੜੇ ਉਹ ਸਵਾਲ ਪੁੱਛੇ ਨੇ ਨਾ 4, ਉਹ ਗੁਰੂ ਗ੍ਰੰਥ ਸਾਹਿਬ ਨੇ ਮੇਰੇ ਤੋਂ ਸੇਵਾ ਲਈ ਹੈ। ਮੈਂ ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ ਸੀ, ਵੀਰ ਗੁਰਪ੍ਰੀਤ ਸਿੰਘ ਜੀ, ਕਿਉਂਕਿ ਉੱਥੇ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ, ਅਮਲਾ ਫੈਲਾ ਸਾਰਾ ਇਹਨਾਂ ਦਾ ਹੀ ਬੈਠਾ ਸੀ, ਤੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਮੇਰੇ ਨਾਲ ਤਾਂ ਮੇਰਾ ਗੁਰੂ ਸੀ, ਤੇ ਮੇਰੇ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਕਿ ਇਹੋ ਜਿਹਾ ਸਬੱਬ ਬਣਾਤਾ ਕਿ ਮੈਂ ਉੱਥੇ 4 ਸਵਾਲ ਪੁੱਛ ਲਏ। ਉਹ ਸਵਾਲ ਇੰਨਾ ਤੀਰ ਨਿਸ਼ਾਨੇ ਤੇ ਵੱਜਿਆ, ਬੀਬੀ ਜੰਗੀਰ ਕੌਰ ਉੱਥੇ ਬੋਲ ਨਹੀਂ ਰਹੀ, ਅਸਲ 'ਚ ਉਹਦੀਆਂ ਚੀਕਾਂ ਨਿਕਲ ਰਹੀਆਂ ਇਸ ਸ਼ਬਦਾਵਲੀ ਦੇ ਵਿੱਚੋਂ ਨਾ। ਜਦੋਂ ਮਾਝੀ ਸਾਜੀ ਜਦੋਂ ਕਿਹਾ, ਮੇਰੇ ਅੰਦਰੋਂ ਤਾਂ ਸ਼ੁਕਰਾਨਾ ਨਿਕਲਿਆ, ਮੈਨੂੰ 1% ਵੀ ਗੁੱਸਾ ਨਹੀਂ ਹੋਇਆ। ਮੈਂ ਗੁਰੂ ਸਾਹਿਬ ਦਾ ਸ਼ੁਕਰ ਕੀਤਾ ਵੀ ਦਾਤਿਆ, ਇਹ ਤੂੰ ਰਹਿਮਤਾਂ ਕਰਨਾ, ਮੇਰੀ ਕੀ ਔਕਾਤ ਹੈ। ਭਾਈ ਬਚਿੱਤਰ ਸਿੰਘ ਜਿਹਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਨਾ ਨਾਗਣੀ ਦੇ ਨਾਲ, ਤੇ ਭਾਈ ਬਚਿੱਤਰ ਸਿੰਘ ਦੇ ਚਰਨਾਂ ਦੀ ਧੂੜ ਦੇ ਆਪਾਂ ਕਿਣਕੇ ਬਰਾਬਰ ਵੀ ਨਹੀਂ, ਪਰ ਦਾਤਿਆ ਤੂੰ ਇੰਨਾ ਸਮਰੱਥ ਹੈ। ਐਡੇ ਵੱਡੇ ਹੰਕਾਰੀ ਬੰਦਿਆਂ ਤੋਂ ਜੇ ਸਵਾਲ ਪੁੱਛਦੇ ਆ, ਇੰਨੀ ਚੀਜ਼ ਪੈਂਦੀ ਹੈ। ਮੈਨੂੰ ਤਾਂ ਆਪ ਨੂੰ ਨਹੀਂ ਸੀ ਪਤਾ ਵੀ ਇਹਨਾਂ ਨੂੰ ਉਦੋਂ ਦੀ ਨੀਂਦ ਹੀ ਨਹੀਂ ਆ ਰਹੀ ਚੱਜ ਨਾਲ। ਸੋ ਇਸ ਲਈ ਬਾਕੀ ਇਕੱਲਾ ਮੈਨੂੰ ਨਹੀਂ ਕਿਹਾ, ਉਹਨੇ ਕਿਹਾ ਜਿਹੜੇ ਬਾਈਬਲ ਕਾਂ ਧਰਨੇ ਤੇ ਬੈਠੇ ਸੀ, ਧਰਨੇ ਤੇ ਸਿਰਫ ਪ੍ਰਚਾਰਕ ਨਹੀਂ ਸੀ ਬੈਠੇ, ਧਰਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਸਾਰੇ ਸਿੱਖ ਬੈਠੇ ਸੀ। ਉਸ ਧਰਨੇ ਤੇ ਤਾਂ ਬਾਦਲ ਗਰੁੱਪ ਦੇ ਕਈ ਵਰਕਰ ਵੀ ਬੈਠੇ ਹੋਣੇ, ਜਿਹੜੇ ਛੋਟੇ ਪਿੰਡਾਂ ਲੈਵਲ ਦੇ ਵਰਕਰ ਹੈ। ਮੈਨੂੰ ਲੱਗਦਾ ਅੱਜ ਉਹਨਾਂ ਦੀ ਜ਼ਮੀਰ ਜਾਗੂਗੀ। ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦਾ, ਬਾਦਲ ਗਰੁੱਪ ਦੇ ਵਿੱਚ ਵੀ ਜੇ ਕੋਈ ਜਾਗਦੀ ਜ਼ਮੀਰ ਵਾਲਾ ਅਜੇ ਰਹਿੰਦਾ ਹੈ, ਹੁਣ ਵੇਖ ਲਓ, ਫੈਸਲਾ ਕਰ ਲਓ, ਗੁਰੂ ਗ੍ਰੰਥ ਵੱਲ ਖੜਨਾ ਹੈ, ਗੁਰੂ ਪੰਥ ਵੱਲ ਖੜਨਾ ਹੈ, ਜਾਂ ਇਹਨਾਂ ਦੋਸ਼ੀਆਂ ਵੱਲ ਖੜਨਾ ਹੈ, ਇਹ ਤੁਸੀਂ ਫੈਸਲਾ ਕਰ ਲਓ। ਇਕੱਠੇ ਹੋ ਜਾਓ, ਆਪਾਂ ਇੱਕ ਮੁੱਠਤਾ ਨਾਲ ਪੁੱਛੋ ਇਹਨਾਂ ਨੂੰ ਵਾਰ-ਵਾਰ। ਉਹ 4 ਸਵਾਲ ਅਜੇ ਤਾਂ 4 ਪੁੱਛਿਆ ਸਾਡੇ ਕੋਲ, ਤਾਂ ਜਦੋਂ ਬਾਦਲ ਨੇ ਸਰਪੰਚੀ ਸ਼ੁਰੂ ਕੀਤੀ ਆ ਉਦੋਂ ਤੋਂ ਇਹਦੇ ਵੱਡੇ ਗੁਨਾਹ ਕੀ ਨੇ ਅੱਜ ਤੱਕ ਦੀ ਸਾਰੀ ਫਾਈਲ ਪਈ ਆ। ਸਾਡਾ ਤਾਂ ਸਾਰਾ ਪਿਆ ਜੀ ਸਾਡੇ ਕੋਲ। ਤਾਂ ਬੀਬੀ ਜਗੀਰ ਕੌਰ ਨੇ ਉਸੇ ਦਿਨ ਜਿਹੜਾ ਭਾਸ਼ਣ ਦਿੱਤਾ ਹੈ, ਤੁਹਾਡਾ ਨਾਮ ਲਿਆ ਜੀ, ਉਸੇ ਦਿਨ ਹੀ ਇੱਕ ਗੱਲ ਹੋਰ ਆਖੀ ਹੈ ਕਿ ਜਿਹੜੇ ਪ੍ਰਚਾਰਕ ਖੂਨ ਦੇ ਪਿਆਲੇ ਲੈ ਕੇ ਜਾਂਦੇ ਸੀ ਬਾਦਲ ਸਾਹਿਬ ਦੇ ਕੋਲੇ, ਇਹਨਾਂ ਲੋਕਾਂ ਨੇ ਬੇਅਦਬੀ ਕੀਤੀ ਹੈ। ਭਾਵ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਸੀ ਉਹ ਨੇਫਿਆਂ ਦੇ ਵਿੱਚ ਲੁਕਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਬਚਾਉਣ ਦੇ ਮਾਰੇ ਉਹਨਾਂ ਨੂੰ ਇਹੋ ਜਿਹਾ ਕੁਛ ਕੀਤਾ, ਇਹਨਾਂ ਨੇ ਖੂਨ ਦੇ ਪਿਆਲੇ ਦਿੱਤੇ ਆ ਵੀ ਰੁਪਿੰਦਰ ਪੰਜਗਰਾਈਆਂ ਵਾਲਾ ਜਿਹੜਾ ਮਸਲਾ ਸੀ ਉਹਨੂੰ ਦਬਾਇਆ ਜਾ ਸਕੇ। ਉਹ ਰੁਪਿੰਦਰ ਪੰਜਗਰਾਈਆਂ ਵਾਲਾ ਜਿਹੜਾ ਮਸਲਾ ਸੀ ਉਹ ਕੋਈ ਮਸਲਾ ਹੀ ਨਹੀਂ ਸੀਗਾ, ਉਹ ਤਾਂ ਬੜਾ ਸਪਸ਼ਟ ਹੋ ਗਿਆ ਸਾਰਾ ਕੁਝ। ਕਿਵੇਂ ਇਹਨਾਂ ਨੇ ਡਰਾਮਾ ਰਚਿਆ ਜੀ, ਬਾਹਰੋਂ ਟੈਲੀਫੋਨ ਆ ਗਏ, ਬਾਹਰੋਂ ਤਾਰਾਂ ਜੁੜੀਆਂ, ਉਹ ਜਿਹੜੇ ਬਾਹਰੋਂ ਟੈਲੀਫੋਨ ਆਏ ਸੀ ਉਹਨਾਂ ਦਿਨਾਂ 'ਚ ਸਾਰਾ ਉਹਨਾਂ ਨੇ ਦੱਸਦਾ ਸੀ ਬੰਦਿਆਂ ਨੇ ਵੀ ਇਸ ਦਾ ਜੀ ਫੋਨ ਕਿਹੜੀ ਗੱਲ ਤੇ ਕੀਤਾ, ਕਿਵੇਂ ਹੈ, ਤੇ ਉਹ ਸਾਰਾ ਇਹਨਾਂ ਦਾ ਬਹੁਤ ਵੱਡਾ ਝੂਠ ਸੀਗਾ ਜੀ। ਉਹ ਸਾਰਾ ਕੁਝ ਉਹ ਕਿਵੇਂ ਅੰਕ ਸੰਭਾਲੇ ਆ, ਉਹ ਸਾਰਾ ਉਸ ਵਕਤ ਦੀਆਂ ਖਬਰਾਂ ਲੱਗੀਆਂ ਹੋਈਆਂ ਨੇ। ਉਹ ਅੰਕ ਫਿਰ ਮੁਕਤਸਰ ਸਾਹਿਬ ਜਮ੍ਹਾਂ ਕਿਸ ਤਰ੍ਹਾਂ ਕਰਵਾਏ ਗਏ ਨੇ, ਉੱਥੇ ਸੰਭਾਲ ਕੇ ਰੱਖੇ ਗਏ ਨੇ, ਉਹ ਸਾਰਾ ਕੁਝ ਔਨ ਰਿਕਾਰਡ ਹੈਗਾ, ਉਹਦੇ ਤੇ ਕੋਈ ਮਸਲਾ ਨਹੀਂ। ਇਹ ਕਹਿੰਦੇ ਵੀ ਖੂਨ ਦਾ ਪਿਆਲਾ, ਉਹ ਇੱਕ ਦੇਖੋ
ਇਹ ਜਦੋਂ ਅਸੀਂ ਲੋਕਤੰਤਰ ਦੇ ਵਿੱਚ ਰਹਿੰਦੇ ਆ ਨਾ ਜੀ, ਉਹ ਇੱਕ ਤਰੀਕਾ ਹੁੰਦਾ ਵਿਰੋਧ ਜਤਾਉਣ ਦਾ। ਜਦੋਂ ਗੁਰਬਾਣੀ ਪੜ੍ਹਦਿਆਂ ਤੇ ਡਾਂਗਾ ਮਾਰ ਕੇ ਫੱਟੜ ਕਰਤੇ ਵੀਰ ਗੁਰਪ੍ਰੀਤ ਸਿੰਘ ਜੀ, ਮੈਂ ਉਹਨਾਂ ਨੌਜਵਾਨਾਂ ਨੂੰ ਮਿਲਿਆ ਉਸ ਇਲਾਕੇ ਦੀਵਾਨ ਲਾਉਣ ਗਿਆ, ਤੇ ਇੱਥੇ ਨਾ ਇੱਕ ਪਿੰਡ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਸਨਮਾਨਿਤ ਕਹਿੰਦੇ ਕਰਨਾ। ਮੈਂ ਕਿਹਾ ਕਿਹੜੇ ਨੌਜਵਾਨ? ਉਹ ਨੌਜਵਾਨ ਵੀਰੇ ਜਿਹੜੇ ਮਤਲਬ ਘਰੋਂ ਨਾ ਸੇਵਾ ਕਰਨ ਗਏ ਸੀ, ਮਾਵਾਂ ਨੇ ਤੋਰੇ ਪੁੱਤ ਕਿ ਪੁੱਤ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਸਲਾ ਹੈ, ਗੁਰੂ ਨੇ ਸਾਰੀਆਂ ਬਖਸ਼ਾਂ ਆਪਣੇ ਘਰ 'ਚ ਜਿਹੜੀ ਰੋਟੀ ਪੱਕਦੀ ਆ ਗੁਰੂ ਦੀ ਕਿਰਪਾ ਨਾਲ ਪੱਕਦੀ ਆ, ਇਸ ਲਈ ਤੁਸੀਂ ਜਾਓ ਸੰਗਤ ਦੀ ਸੇਵਾ ਕਰਨ। ਜਿਹੜੇ ਪ੍ਰਸ਼ਾਦਾ ਪਾਣੀ ਛਕਾਉਣ ਦੀ ਸੇਵਾ ਕਰਨ ਆਏ ਨਾ ਸਾਡੇ ਬੇਕਸੂਰ ਨੌਜਵਾਨ, ਉਹਨਾਂ ਮਾਵਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੇ ਤੁਹਾਡੇ ਪੁੱਤ ਅੱਜ ਮੋਟਰਸਾਈਕਲਾਂ ਤੇ ਕਿੱਕ ਮਾਰ ਕੇ ਸੇਵਾ ਕਰਨ ਜਾ ਰਹੇ ਨੇ, ਬਾਦਲਾਂ ਦੀ ਗੁੰਡੀ ਪੁਲਿਸ ਨੇ ਸੇਵਾ ਕਰਦਿਆਂ ਦੇ ਬਾਣੀ ਪੜ੍ਹਦਿਆਂ ਤੇ ਇਹਨਾਂ ਦੇ ਡਾਂਗ ਭਰਾ ਕੇ ਗੋਲੀਆਂ ਚਲਾ ਕੇ ਇਹਨਾਂ ਨੂੰ ਫੱਟੜ ਕਰ ਦੇਣਾ। ਇਹ ਮੋਟਰਸਾਈਕਲ ਤੇ ਕਿੱਕ ਮਾਰਨ ਜੋਗੇ ਵੀ ਨਹੀਂ ਰਹਿਣੇ। ਇਹੋ ਜਿਹੇ ਨੌਜਵਾਨਾਂ ਨੂੰ ਮੈਂ ਮਿਲਿਆ, 2 ਤਾਂ ਸਾਡੇ ਸ਼ਹੀਦ ਕਰਤੇ ਉੱਥੇ ਨੌਜਵਾਨ। ਜਦੋਂ ਇਹੋ ਜਿਹੇ ਹਾਲਾਤ ਬਣ ਜਾਣ, ਮੈਨੂੰ ਦੱਸੋ ਕਿ ਉਦੋਂ ਪੁਲਿਸ ਦੇ ਉੱਤੇ ਕੋਈ ਇਤਵਾਰੀ ਰਹਿ ਸਕਦੀ ਸੀ? ਫਿਰ ਤਾਂ ਸਿੱਖਾਂ ਨੇ ਉੱਥੇ ਫੈਸਲਾ ਕੀਤਾ ਕਿਸੇ ਲੋਕਲ ਸਿੰਘ ਨੂੰ ਇਹ ਅੰਕ ਸੰਭਾਲ ਦਈਏ, ਬੇਅੰਤ ਸਿੰਘ ਨੂੰ ਸੰਭਾਲ ਦਿੱਤੇ। ਬੇਅੰਤ ਸਿੰਘ ਨੇ ਸੰਭਾਲੇ, ਬਾਅਦ ਜਦੋਂ ਇਹ ਰੌਲਾ ਪਾਉਣ ਲੱਗੇ ਟੌਰਚਰ, ਉਹਨੂੰ ਤੰਗ ਪਰੇਸ਼ਾਨ, ਤਾਂ ਉਹਨੇ ਰਾਬਤਾ ਕੀਤਾ, ਮੇਰੇ ਕੋਲ ਵੀ ਮਿਲਿਆ, ਉੱਥੇ ਬਠਿੰਡੇ ਆਏ ਉਹ, ਤੇ ਮੈਂ ਕਿਹਾ ਵੀ ਫਿਰ ਆਪਾਂ ਕਰੋ ਸਾਰੇ ਰਲ ਮਿਲ ਕੇ। ਅਸੀਂ ਫੈਸਲਾ ਕੀਤਾ, ਕੁਝ ਪ੍ਰਚਾਰਕ ਵੀਰ ਵੀ ਸਾਡੇ ਸਤਿਕਾਰਯੋਗ ਉੱਥੇ ਗਏ ਤਾਂ ਉਹਨਾਂ ਨੇ ਬਕਾਇਦਾ ਉਹ ਅੰਗ ਸੰਭਾਲੇ। ਉਹ ਸਾਰੀਆਂ ਖਬਰਾਂ ਨੇ, ਇਹਦਾ ਕੋਈ ਮਸਲਾ ਨਹੀਂ। ਹੁਣ ਜਿਹੜੀ ਆਪਾਂ ਅਗਲੀ ਗੱਲ ਕਰੀਏ ਬੇਅਦਬੀ ਦੇ ਮੁੱਦੇ ਦੀ, ਭਾਵੇਂ ਬਹੁਤ ਸਮਾਂ ਜਿਹੜਾ ਲੰਮਾ ਲੰਘ ਚੁੱਕਿਆ ਪਰ ਅਜੇ ਵੀ ਇਨਸਾਫ ਦੀ ਕੋਈ ਆਸ ਆਪਾਂ ਨੂੰ ਲੱਗ ਨਹੀਂ ਰਹੀ, ਕਿਉਂਕਿ ਬਹੁਤ ਸਮਾਂ ਲੰਘ ਗਿਆ। ਪਿਛਲੇ ਦਿਨੀ ਜਿਹੜੀ ਹੈ ਡੇਰਾ ਪ੍ਰੇਮੀ ਨੇ ਉਹਨਾਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ, ਜਿਹੜੀ ਨਵੀਂ SIT ਦੇ ਵੱਲੋਂ ਕੀਤਾ ਗਿਆ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਲੱਗਦਾ ਕਿ ਹੁਣ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ, ਜਿਵੇਂ ਸਿੱਧੂ ਸਾਹਿਬ ਕਹਿੰਦੇ ਆ ਕਿ ਕੈਪਟਨ ਨੂੰ ਕਹਿੰਦੇ ਆ ਕਿ ਨਸ਼ਿਆਂ ਦੇ ਮੁੱਦੇ ਤੇ ਹੋਵੇ, ਬੇਅਦਬੀ ਦੇ ਮੁੱਦੇ ਤੇ ਹੋਵੇ, ਬਾਦਲਾਂ ਨੂੰ ਅੰਦਰ ਭੇਜੋ, ਕੋਈ ਸੰਭਵਤਾ ਲੱਗਦੀ ਹੈ? ਸੰਭਾਵਨਾ ਦੇਖੋ, ਸਾਡਾ ਤਾਂ ਦੋਏ ਮਸਲੇ ਪੰਜਾਬ ਨਾਲ ਜੁੜੇ ਹੋਏ ਨੇ, ਬੇਅਦਬੀ ਦਾ ਵੀ, ਨਸ਼ਿਆਂ ਦਾ ਵੀ। ਬੇਅਦਬੀ ਹੁੰਦੀ ਹੈ, ਸਾਡੀ ਰੂਹ ਦਾ ਕਤਲ ਹੁੰਦਾ, ਸਾਡਾ ਨੁਕਸਾਨ ਹੁੰਦਾ ਆਤਮਿਕ ਤੌਰ ਤੇ। ਛੋਟੇ ਛੋਟੇ ਬੱਚੇ ਖਬਰਾਂ ਪੜ੍ਹਦੇ ਆ, ਉਹਨਾਂ ਦੇ ਭਰੋਸੇ ਤੇ ਫਰਕ ਪੈਂਦਾ, ਬਹੁਤ ਗੱਲਾਂ ਹੁੰਦੀਆਂ। ਚਲੋ, ਨਸ਼ੇ ਨੇ ਸਾਡਾ ਉੱਦਾਂ ਬਰਬਾਦ ਕਰਤਾ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਕਾਤਲ ਇਹ ਨਸ਼ਾ ਬਣਿਆ ਹੋਇਆ। ਇਹਦੇ ਲਈ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਕੈਪਟਨ ਦਾ ਹਸ਼ਰ ਵੀ ਬਾਦਲਾਂ ਵਾਲਾ ਹੋਊਗਾ। ਪਰ ਜਦੋਂ ਅਸੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕੈਪਟਨ ਦੇ ਮੋਤੀ ਮਹਿਲ ਤੋਂ 13-14 ਕਿਲੋਮੀਟਰ ਦੂਰ ਹੈ ਕਲਿਆਣ ਪਿੰਡ, ਉਸ ਮਸਲੇ ਨੂੰ ਅਸੀਂ ਉਭਾਰਿਆ। ਅਸੀਂ ਕੈਪਟਨ ਦੇ ਉੱਤੇ ਨਿਸ਼ਾਨਾ ਸਾਧ ਰਹੇ ਹਾਂ। ਜੌਲੀਆਂ ਪਿੰਡ 'ਚ ਬੇਅਦਬੀ ਹੋਈ, ਅਸੀਂ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਹਾਂ, ਅਸੀਂ ਪ੍ਰਸ਼ਾਸਨ ਤੇ ਨਿਸ਼ਾਨਾ ਸਾਧ ਰਹੇ ਹਾਂ। ਇਹ ਬਾਦਲ ਕਿਆਂ ਨੂੰ ਪਤਾ ਨਹੀਂ ਕੀ ਹੇਜ ਆਉਂਦਾ ਹੈ। ਸ਼੍ਰੋਮਣੀ ਕਮੇਟੀ ਜਿਹੜੀ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ, ਉਹਨਾਂ ਨੂੰ ਪਤਾ ਨਹੀਂ ਕੀ ਕੈਪਟਨ ਦਾ ਹੇਜ ਆਉਂਦਾ। ਸਾਨੂੰ ਕੈਪਟਨ ਕਣੀ ਮੂੰਹ ਹੀ ਨਹੀਂ ਕਰਨ ਦਿੰਦੇ, ਆਪ ਮੂਹਰੇ ਅੜ ਜਾਂਦੇ ਆ। ਇੱਕ ਬੇਅਦਬੀ ਕਰਨ ਵਾਲੇ ਕਹਿੰਦੇ ਕਿ ਤੁਸੀਂ ਕਾਂਗਰਸ ਦੇ ਪਿੱਠੂ ਬਣ ਕੇ ਸਾਨੂੰ ਬਦਨਾਮ ਕਰ ਰਹੇ ਹੋ। ਇੱਕ ਬੇਅਦਬੀ ਕਰਨ ਵਾਲੇ, ਦੂਜੇ ਬੇਅਦਬੀ ਕਰਾਉਣ ਵਾਲੇ, ਤੇ ਤੀਜੇ ਇਹ ਲੁਕਾਉਣ ਵਾਲੇ, ਇਹ ਨਾਲ ਰਲ ਜਾਂਦੇ ਆ। ਜੌਲੀਆਂ ਪਿੰਡ 'ਚ ਇਸ ਤਰ੍ਹਾਂ ਹੋਇਆ, ਪਛਤਾਪ ਸਮਾਗਮ ਸੀਗਾ। ਮੈਨੂੰ ਦੱਸੋ, ਸਾਡਾ ਇਹ ਵਿਧਾਨ ਹੈ ਵੀ ਅਸੀਂ ਮਹਾਰਾਜ ਦੀ ਹਜ਼ੂਰੀ 'ਚ ਬੈਠ ਕੇ ਇਹ ਵਿਚਾਰਾਂ ਕਰਦੇ ਆ ਨਾ। ਇਹ ਉੱਥੇ ਸਾਰੇ ਇਹਨਾਂ ਦੀ ਗੁੰਡਾ ਬ੍ਰਿਗੇਡ ਉੱਥੇ ਭੇਜਤੀ। ਬੇਅਦਬੀ ਦੇ ਮਸਲੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਵਿਚਾਰਾਂ ਨਹੀਂ ਹੋ ਸਕਦੀਆਂ। ਬਾਦਲਾਂ ਦੀਆਂ ਮੀਟਿੰਗਾਂ, ਸਿਆਸੀ ਮੀਟਿੰਗਾਂ ਗੁਰਦੁਆਰਿਆਂ 'ਚ ਹੋ ਸਕਦੀਆਂ। ਤੁਸੀਂ ਦੇਖੋ ਇਹ ਕਿੱਥੋਂ ਦਾ ਇਨਸਾਫ ਹੈਗਾ। ਜਿਹੜੀਆਂ ਰੈਲੀਆਂ ਹੋਣੀਆਂ ਨੇ ਉਹ ਉੱਥੇ ਗੁਰੂ ਘਰਾਂ 'ਚੋਂ ਲੰਗਰ ਜਾ ਸਕਦਾ ਹੈ। ਤੇ ਮੈਂ ਤੁਹਾਨੂੰ ਇਹਨਾਂ ਦੀ ਕਰਤੂਤ ਦੱਸਦਾ, ਆਹ 2 ਪੁਆਇੰਟ ਦੇ ਦਿੰਦਾ, ਮੇਰੇ ਕੋਲ ਤਾਂ ਇਹਨਾਂ ਦੇ ਚਿੱਠੇ ਪਏ ਆ ਸਾਰੇ। ਆਹ ਦੇਖੋ ਜੀ, ਆ ਉਹ ਸਕੈਚ ਨੇ ਜਦੋਂ 1 ਜੂਨ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਤਾਂ ਬਾਦਲ ਕਿਆਂ ਦਾ ਰਾਜ ਹੈ। ਪੁਲਿਸ ਨੇ ਆ ਸਕੈਚ ਜਾਰੀ ਕੀਤੇ ਮੋਨੇ ਨੌਜਵਾਨਾਂ ਦੇ, ਵੀ ਇਹਨਾਂ ਨੇ ਵੀ ਇਸ ਕਿਸਮ ਦੇ ਬੰਦੇ ਹੋਣਗੇ ਜਿਨ੍ਹਾਂ ਨੇ ਚੋਰੀ ਕੀਤੇ ਸਰੂਪ। ਮੈਂ ਪੁੱਛਣਾ ਚਾਹੁੰਦਾ ਸੁਖਵੀਰ ਬਾਦਲ ਨੂੰ, ਇਹਨਾਂ ਦੇ ਛੋਟੇ ਛੋਟੇ ਆ ਚਮਚਿਆਂ ਨੂੰ, ਵੈਸੇ ਜੰਗੀਰ ਕੌਰ ਦੀ ਉੱਦਾਂ ਤੁਹਾਨੂੰ ਪਤਾ ਹੀ ਆ ਕੀ ਆ, ਉਹ ਤਾਂ ਚਮਚੀਆਂ ਮਾਰ ਮਾਰ ਕੇ ਬਣਦੇ ਆ। ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਪੁੱਛ ਲੈਂਦੇ ਆ ਵੀ ਦੱਸ ਦਿਓ 1 ਜੂਨ 2015 ਤੋਂ ਬਾਦਲ ਰਾਜ ਦੇ ਅਖੀਰ ਤੱਕ ਕਿਸੇ ਇੱਕ ਵੀ ਮੋਨੇ ਮੁੰਡੇ ਤੋਂ ਇਸ ਵਿਸ਼ੇ ਤੇ ਪੁੱਛਗਿੱਛ ਕੀਤੀ ਹੈ, ਉਹਨਾਂ ਦੇ ਨਾਂ ਦੇ ਦਿਓ ਸਾਨੂੰ। ਫੜ ਕੇ ਚੱਡੇ ਪਾੜੇ ਬੇਕਸੂਰ ਸਿੱਖਾਂ ਦੇ ਤੁਸੀਂ। ਉਸ ਤੋਂ ਬਾਅਦ 24-25 ਸਤੰਬਰ ਦੀ ਰਾਤ ਨੂੰ ਆਹ ਪੋਸਟਰ ਲੱਗੇ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ। ਅਪਮਾਨਜਨਕ ਸ਼ਬਦਾਵਲੀ ਹੈ, ਮੈਂ ਉਹ ਸ਼ਬਦ ਨਹੀਂ ਵਰਤ ਸਕਦਾ। ਇਹਦੇ ਉੱਪਰ ਲਿਖਿਆ ਹੋਇਆ ਹੈ ਕਿ ਧੰਨ ਧੰਨ ਸਤਿਗੁਰੂ ਤੇਰੀ ਆਸਰਾ। ਇਹਦੇ 'ਚ ਇਹ ਕਿਹਾ ਹੋਇਆ ਵੀ ਤੁਹਾਡਾ ਮਹਾਰਾਜ ਵੱਡਾ, ਮਹਾਰਾਜ ਸਾਡੇ ਕੋਲੇ ਆਇਆ, ਅਸੀਂ ਦੇਖਿਓ ਕੀ ਕਰਾਂਗੇ, ਇਹੋ ਜਿਹਾ ਕੁਛ ਹੈ। ਜਾਣੀ ਗਾਲਾਂ ਵੀ ਕੱਢੀਆਂ ਹੋਈਆਂ ਨੇ। ਠੀਕ ਹੈ।
ਤਾਂ ਇਹ 25 ਸਤੰਬਰ ਤੋਂ ਲੈ ਕੇ 12 ਅਕਤੂਬਰ ਨੂੰ ਅੰਕ ਖਿਲਰਦੇ ਆ। 25 ਸਤੰਬਰ ਤੋਂ 12 ਅਕਤੂਬਰ ਤੱਕ ਦਿਨ ਬਣਦੇ ਆ 17। ਸੁਖਵੀਰ, ਬੀਬੀ ਜੰਗੀਰ ਕੌਰ, ਮੈਂ ਤੁਹਾਨੂੰ ਪੁੱਛਦਾ 17 ਦਿਨਾਂ ਦੇ ਵਿੱਚ ਮੈਨੂੰ ਦੱਸੋ ਕਿੰਨੇ ਡੇਰਾ ਪ੍ਰੇਮੀਆਂ ਤੋਂ ਪੁੱਛਗਿੱਛ ਹੋਈ ਤੁਹਾਡੇ ਰਾਜ ਦੇ ਤੋਂ? ਇੱਕ ਨੂੰ ਵੀ ਨਹੀਂ ਪੁੱਛਿਆ। ਇੰਨਾ ਹੇਜ ਆਉਂਦਾ ਇਹਨਾਂ ਨੂੰ। ਅੱਜ ਸਾਡੀ ਵਿਚਾਰਕਾਂ ਦੀ ਵਿਰੋਧਤਾ, ਸਿੱਖ ਸੰਗਤਾਂ ਦੀ ਵਿਰੋਧਤਾ ਕੌਣ ਕਰ ਰਿਹਾ? ਡੇਰਾ ਪ੍ਰੇਮੀ, ਜਾਂ ਇਹਨਾਂ ਦਾ ਜਿਹੜਾ ਗੁਰੂ ਬਣਾਇਆ ਹੋਇਆ ਰਾਮ ਰਹੀਮ, ਜਾਂ ਇਹ ਬਾਦਲ ਕੇ। ਇਹ ਤਿੰਨਾਂ ਨੂੰ ਸਾਡੇ ਤੋਂ ਤਕਲੀਫ ਕਿਉਂ ਹੋ ਰਹੀ ਹੈ? ਬੜਾ ਸਪਸ਼ਟ ਹੈ ਕਿ ਤਿੰਨਾਂ ਦਾ ਆਪਸੀ ਜਿਹੜਾ ਗੂੜਾ ਗੱਠਜੋੜ ਹੈ ਉਹ ਅਸੀਂ ਲੋਕਾਂ ਸਾਹਮਣੇ ਨੰਗਾ ਕਰ ਰਹੇ ਹਾਂ। ਤੇ ਬਾਦਲ ਕਿਆਂ ਨੇ ਪੁਲਿਸ ਨੂੰ ਕਿੰਨੀਆਂ ਛੋਟਾਂ ਦਿੱਤੀਆਂ ਹੋਈਆਂ ਸੀ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ ਵੀ ਜਦੋਂ ਉੱਥੇ ਬੇਕਸੂਰਾਂ ਦੇ ਚੱਡੇ ਪਾੜੇ, ਬੇਕਸੂਰਾਂ ਤੇ ਕਹਿਰ ਢਾਇਆ ਇਹਨਾਂ ਨੇ, ਕੋਟਕਪੂਰੇ ਦੇ ਵਿੱਚ ਗੋਲੀਆਂ ਮਾਰੀਆਂ, ਬਾਬਲ ਕਲਾਂ 2 ਸ਼ਹੀਦ ਕੀਤੇ, ਤਾਂ ਇਹਨੂੰ ਬੈਲੈਂਸ ਬਣਾਉਣ ਲਈ ਕਿ ਸਿੱਖਾਂ ਨੇ ਵੀ ਹਮਲਾ ਕਰਤਾ ਸੀਗਾ ਸਾਡੇ ਤੇ। ਗੁਰਬਾਣੀ ਪੜ੍ਹਦੇ ਬੰਦੇ ਮੈਨੂੰ ਦੱਸੋ ਗੁਰਪ੍ਰੀਤ ਸਿੰਘ ਜੀ, ਇਰਾਦਾ ਕਤਲ ਦਾ ਪਰਚਾ ਕਿਵੇਂ ਬਣੂ ਉਹਨਾਂ ਤੇ? 307 ਦੇ ਪਰਚੇ ਮੇਰੇ ਵਰਗੇ ਬੰਦਿਆਂ ਤੇ, 20-21 ਜਾਣਿਆਂ ਤੇ, ਹੋਰ ਸਾਡਿਆਂ ਤੇ। ਤੇ ਆ ਪੁਲਿਸ ਨੂੰ ਕਿੰਨੀਆਂ ਛੋਟਾਂ ਦਿੱਤੀਆਂ ਬਾਦਲੋ ਤੁਸੀਂ? ਜਵਾਬ ਹੈ ਬੀਬੀ ਜੰਗੀਰ ਕੌਰ ਜੀ ਤੁਹਾਡੇ ਕੋਲ? ਯਾਨੀ ਹਰਪ੍ਰੀਤ ਸਿੰਘ ਜੀ ਹੈਗਾ ਦਮ? ਪੁੱਛੋਗੇ ਬਾਦਲਾਂ ਨੂੰ ਇਹ ਗੱਲ ਜਿਹੜੀ ਮੈਂ ਹੁਣ ਕਹਿਣ ਲੱਗਿਆ? ਸੁਖਵੀਰ ਸਿੰਘ ਦੇਂਗਾ ਜਵਾਬ? 161 CRPC ਤਹਿਤ ਪੰਕਜ ਮੋਟਰ ਦਾ ਮਾਲਕ ਪੰਕਜ ਬਾਂਸਲ ਪੁੱਤਰ ਦਵਾਰਕਾ ਦਾਸ ਮੋਗਾ, ਪੰਕਜ ਬਾਂਸਲ ਦਾ ਮੈਨੇਜਰ ਸੰਦੀਪ ਕੁਮਾਰ, ਗਨਮੈਨ ਉਹਦਾ ਚਰਨਜੀਤ ਸਿੰਘ, ਇਹਨਾਂ ਨੇ ਅਦਾਲਤ ਦੇ ਵਿੱਚ ਬਿਆਨ ਦਿੱਤੇ ਨੇ। ਉਹ ਬਿਆਨ ਕੀ ਨੇ? ਬੜਾ ਇੰਪੋਰਟੈਂਟ ਬਿਆਨ ਹੈ ਕਿ ਐਡਵੋਕੇਟ ਸੁਹੇਲ ਸਿੰਘ ਬਰਾੜ ਸੁਖਵੀਰ ਬਾਦਲ ਦਾ ਰਾਈਟ ਹੈਂਡ, ਐਡਵੋਕੇਟ ਸੁਹੇਲ ਸਿੰਘ ਬਰਾੜ ਦੇ ਮੈਰਿਜ ਐਡਵੋਕੇਟ ਸੁਹੇਲ ਸਿੰਘ ਬਰਾੜ ਦੇ ਗੈਰੇਜ ਵਿੱਚ ਬਿਕਰਮਜੀਤ SP ਨੇ 12 ਬੋਰ ਦੀ ਰਫਲ ਨਾਲ SSP ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ 'ਚ ਗੋਲੀ ਮਾਰੀ ਤਾਂ ਜੋ ਇਹਨੂੰ ਬੈਲੈਂਸ ਕੀਤਾ ਜਾ ਸਕੇ। CRPC ਦੀ ਧਾਰਾ 164 ਤਹਿਤ ਪਾਇਲਟ ਜਿਪਸੀ ਦੇ ਡਰਾਈਵਰ ਹੌਲਦਾਰ ਗੁਰਨਾਮ ਸਿੰਘ ਨੇ ਆਪਣੇ ਬਿਆਨਾਂ ਵਿੱਚ ਮੰਨਿਆ ਕਿ ਕੋਈ ਫਾਇਰਿੰਗ ਨਹੀਂ ਹੋਈ। ਜਿਪਸੀ ਚਲਾਉਣ ਵਾਲਾ ਬੰਦਾ ਕਹਿ ਰਿਹਾ ਕਿ ਉੱਥੇ ਕੋਟਕਪੂਰੇ ਕੋਈ ਫਾਇਰਿੰਗ ਨਹੀਂ ਹੋਈ। ਇਹ ਉਹਨੂੰ ਕੇਸ ਨੂੰ ਬੈਲੈਂਸ ਬਣਾਉਣ ਲਈ ਕਿ ਸਿੱਖਾਂ ਨੇ ਵੀ ਗੋਲੀਆਂ ਚਲਾਤੀਆਂ ਸੀ। ਉਹਦੀ ਗੈਰੇਜ ਦੇ ਵਿੱਚ ਜਾ ਕੇ ਸੁਖਵੀਰ ਤੇਰੇ ਬੰਦੇ ਦੀ ਗੈਰੇਜ ਵਿੱਚ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਉਸ ਜਿਪਸੀ ਦੇ ਉੱਤੇ ਚਰਨਜੀਤ ਸ਼ਰਮੇ ਦੇ, ਕਿ ਸਿੱਖ ਬੇਕਸੂਰ ਸਿੱਖਾਂ ਨੂੰ ਮਾਰਨ ਲਈ, ਇਹ ਸਾਰੀਆਂ ਰਿਪੋਰਟਾਂ ਜੀ, ਸਾਰਾ ਰਿਕਾਰਡ ਹੈ। ਤੁਸੀਂ ਸੁਖਵੀਰ ਬਾਦਲ ਨੂੰ ਟਾਰਗੇਟ ਕਰ ਰਹੇ ਹੋ, ਪਰ ਸੁਖਵੀਰ ਬਾਦਲ ਕਹਿੰਦੇ ਆ ਕਿ ਅਸੀਂ ਤਾਂ ਅਰਦਾਸ ਕੀਤੀ ਹੈ ਕਿ ਜਿਨ੍ਹਾਂ ਨੇ ਬੇਅਦਬੀ ਕਰਾਈ ਆ ਜਾਂ ਇੱਥੇ ਸਿਆਸਤ ਕਰ ਰਿਹਾ ਉਹਨਾਂ ਦਾ ਕੱਖ ਨਾ ਰਵੇ। ਫਿਰ ਤਾਂ ਹੀ ਉਹਨਾਂ ਦਾ ਕੱਖ ਰਿਹਾ ਵੀ ਨਹੀਂ। ਹੁਣ ਸੁਖਵੀਰ ਦਾ ਕੱਖ ਰਹਿ ਗਿਆ, ਉਹਨੂੰ ਪੁੱਛਣ ਵਾਲਾ ਹੋਵੇ, ਉਹਦੀ ਅਰਦਾਸ ਵੀ ਪੂਰੀ ਹੋਊਗੀ। ਨਾ ਬੇਅਦਬੀਆਂ ਦਾ ਕੱਖ ਰਹਿਣਾ, ਨਾ ਕਰਾਉਣ ਵਾਲਿਆਂ ਦਾ ਕੱਖ ਰਹਿਣਾ, ਨਾ ਜਿਹੜੇ ਤੇ ਸਿਆਸਤ ਕਰਦੇ ਉਹਨਾਂ ਦਾ ਕੱਖ ਰਹਿਣਾ। ਕੱਖ ਰਹਿ ਗਿਆ ਸੁਖਵੀਰ ਦਾ। ਆਹ ਦੇਖੋ ਹੁਣ ਜਦੋਂ ਮਤਲਬ ਫੋਕਸ ਤਾਂ ਕੈਪਟਨ ਸਰਕਾਰ ਤੇ ਸੀ ਸਾਰਿਆਂ ਦਾ, ਉਹਦੇ ਤੇ ਦਬਾਅ ਬਣਾ ਰਿਹਾ ਜਾ ਰਿਹਾ ਸੀ। ਅਸੀਂ ਲਗਾਤਾਰ ਉਹਨਾਂ ਤੇ ਸਵਾਲ ਕਰ ਰਹੇ ਸੀ। ਆ ਖਾਮਖਾ ਇਕੱਤਰਤਾ ਕਰ ਰਹੇ। ਇਹ ਗੁਰਬਾਣੀ ਦਾ ਫੈਸਲਾ ਹੈ, ਜਿਸ ਨੂੰ ਆਪ ਖੁਆਏ ਕਰਤਾ ਖੁੱਸ ਲਏ ਚੰਗਿਆਈ। ਇਹਨਾਂ ਦੇ ਆ ਜਿਹੜਾ ਹੁਣ ਛਿੱਤਰ ਵਰ ਰਿਹਾ, ਇਹ ਆਪ ਹੀ ਮਾਹੌਲ ਨਹੀਂ ਤਿਆਰ ਕੀਤਾ ਉੱਥੇ ਇਕੱਤਰਤਾ 'ਚ, ਜੋ ਮੂੰਹ ਆਇਆ ਬੋਲੀ ਗਏ ਨੇ। ਇੰਨੇ ਸਾਲ ਇਕੱਤਰਤਾ ਕਿਉਂ ਨਹੀਂ ਕੀਤੀ ਗਈ ਤੇ ਅੱਜ ਇਹ ਇਕੱਤਰਤਾ ਕਰਨ ਦੀ ਲੋੜ ਜਥੇਦਾਰ ਸਾਹਿਬ ਨੂੰ ਕਿਉਂ ਪਈ? 2022 ਨੇੜੇ ਆ ਗਿਆ ਨਾ, ਚੋਣਾਂ ਨੇੜੇ ਆ ਗਈਆਂ, ਫਿਰ ਬਾਦਲਾਂ ਲਈ ਗਰਾਊਂਡ ਤਿਆਰ ਕਰਨਾ ਇਸ ਲਈ ਕੀਤੀ ਹੈ। ਤੇ ਜੇ ਇਮਾਨਦਾਰੀ ਹੁੰਦੀ ਉਹਨਾਂ ਨੂੰ ਵੀ ਸੱਦੋ, ਜਿਹੜੇ ਦੋਸ਼ੀ, ਮਤਲਬ ਪੰਥ ਥੋੜਾ ਹੀ ਹੈ ਇਕੱਲਿਆਂ ਦਾ। ਜਥੇਦਾਰ ਸਾਹਿਬ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪ ਸਜ਼ਾ ਦੇਵਾਂਗੇ ਜਾਂ ਫਿਰ ਆਪ ਕਾਰਵਾਈਆਂ ਕਰਾਂਗੇ, ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ। ਬਹੁਤ ਚੰਗੀ ਗੱਲ ਹੈ, ਕਰਨੀ ਚਾਹੀਦੀ ਹੈ, ਕਰ ਲੈਣ, ਕਰਨਾ ਚਾਹੀਦਾ ਉਹਨਾਂ ਨੂੰ, ਕਰੋ। ਪਰ ਇਹ ਕਾਰਵਾਈ ਸ਼ੁਰੂ ਤਾਂ ਬਾਦਲਕਿਆਂ ਤੋਂ ਹੁੰਦੀ ਹੈ, 2007 ਦੇ ਮਸਲੇ ਤੋਂ। 2007 'ਚ ਸਵਾਂਗ ਰਚਿਆ, 2014 ਤੱਕ ਪੁਲਿਸ ਨੇ ਚਲਾਨ ਕਿਉਂ ਨਹੀਂ ਪੇਸ਼ ਕੀਤਾ? ਜਥੇਦਾਰ ਹਰਪ੍ਰੀਤ ਸਿੰਘ ਜੀ, ਉਹ ਪੁੱਛੋ, ਬਾਦਲਾਂ ਨੂੰ ਪੁੱਛੋ, ਕਿਉਂ ਨਹੀਂ ਪੇਸ਼ ਕੀਤਾ ਚਲਾਨ? 7 ਸਾਲ ਲੰਘ ਗਏ ਇਸੇ ਕਰਕੇ। ਜਿਹੜਾ ਸੌਦਾ ਸਾਧ ਉਹ ਬੀਬੀਆਂ ਸਾਧਵੀਆਂ ਨੇ। ਦੇਖੋ ਆਪਾਂ ਪਰਿਵਾਰਾਂ ਵਾਲੇ ਹਾਂ, ਮੈਂ ਸਲੂਟ ਕਰਦਾ ਉਹਨਾਂ ਭੈਣਾਂ ਨੂੰ ਜਿਨ੍ਹਾਂ ਨੇ ਉਹਨਾਂ ਨਾਲ ਐਡਾ ਵੀਰ ਜੀ ਜਬਰ ਜਨਾਹ ਹੋਇਆ, ਇਹਦੇ ਬਾਵਜੂਦ ਉਹ ਡਟੀਆਂ ਰਹੀਆਂ। ਕਿੰਨਾ ਪਰਿਵਾਰ ਦਾ ਪ੍ਰੈਸ਼ਰ ਹੋਊਗਾ। ਮੇਰੇ ਨਾਲ ਪਰਸਨਲ ਗੱਲਾਂ ਗੁਰਦਾਸ ਸਿੰਘ ਤੂਰ ਦੀਆਂ ਹੋਈਆਂ, ਜਿਹੜਾ ਯੋਧਾ ਡਟਿਆ ਰਿਹਾ, ਜਿਹੜਾ ਸਿਰਸਾ ਸਾਧ ਦੇ ਡੇਰੇ ਦੇ ਉਹਦਾ ਬਿਲਕੁਲ ਨੇੜੇ ਘਰ ਹੈ, ਉੱਥੇ ਮੈਂ ਉਹਨਾਂ ਨੂੰ ਮਿਲਦਾ ਰਿਹਾ। ਤੇ ਮੈਂ ਤਾਂ ਉਹਦੇ ਨਾਲ ਵੀ ਇਹਨਾਂ ਨੇ ਕੀ ਕੁਛ ਕੀਤਾ, ਉਹ ਇੱਕ ਵੱਖਰਾ ਚੈਪਟਰ ਹੈ। ਸਾਡੇ ਕੋਲ ਤਾਂ ਇਹਨਾਂ ਦਾ ਬਹੁਤ ਪਿਆ ਸਮਾਨ, ਸਾਡੇ ਲਵੇ। ਤੁਹਾਡੇ ਕੋਲ ਟਾਈਮ ਘੱਟ ਜਾਂਦਾ, ਅਸੀਂ ਤਾਂ ਸਵੇਰ ਤੋਂ ਸ਼ਾਮ ਤੱਕ ਇਹਨਾਂ ਦੀਆਂ ਉਹ ਕਰਤੂਤਾਂ ਇੱਕ ਦਾ ਜਵਾਬ ਦੇ ਦੇਣ। ਮੈਂ ਤੁਹਾਨੂੰ ਉਹ ਦੱਸਦਾ ਵੀ ਉਹ ਸਾਧਵੀਆਂ ਨਾਲ ਇਹ ਕੁਛ ਹੋਇਆ, ਇਹਦੇ ਬਾਵਜੂਦ ਉਹਨਾਂ ਨੇ ਲੜਾਈ ਲੜੀ,
ਲੜਾਈ ਲੜ ਕੇ ਉਹਨੂੰ ਜੇਲ੍ਹ ਪਹੁੰਚਾਤਾ, ਛਤਰਪਤੀ ਜੀ ਦਾ ਪਰਿਵਾਰ ਨੇ ਜੇਲ੍ਹ ਪਹੁੰਚਾਤਾ, ਤੇ ਬਾਦਲ ਕਿਆਂ ਨੇ ਬਿਨਾਂ ਮੰਗੇ ਜਿਹੜਾ ਉਹਨੂੰ 7 ਸਾਲ ਜਦੋਂ ਚਲਾਨ ਹੀ ਨਹੀਂ ਪੇਸ਼ ਕੀਤਾ, ਉਸ ਮਸਲੇ 'ਚੋਂ ਸਾਡੀ ਸਾਰੀ ਕੌਮ ਨੂੰ ਹਰਾਤਾ ਪਿੱਛੋਂ ਤੋਂ। ਇਸੇ ਕਰਕੇ ਉਹਦਾ ਹੌਸਲਾ ਬਣਿਆ ਨਾ। ਸਾਡੇ ਪੰਥਕ ਵਕੀਲ ਨੇ ਜਸਪਾਲ ਸਿੰਘ ਮੰਝਪੁਰ ਜੀ, ਉਹਨਾਂ ਨੇ ਅਜੇ ਤੱਕ ਵੀ ਉਹ ਲਾਇਆ ਹੋਇਆ ਕੇਸ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਸਿਆਸਤ ਤੇਜ਼ ਹੋ ਰਹੀ ਹੈ, ਬੇਅਦਬੀ ਦਾ ਮੁੱਦਾ ਵੀ ਇੱਕ ਵਾਰ ਫਿਰ ਤੋਂ ਭੱਗ ਗਿਆ। ਹੁਣ ਅਗਲਾ ਮਾਹੌਲ ਤੁਹਾਨੂੰ ਕੀ ਜਾਪਦਾ, ਕੀ ਹੋਣ ਜਾ ਰਿਹਾ? ਦੇਖੋ ਜੀ, ਸਾਨੂੰ ਨਹੀਂ ਪਤਾ ਮਾਹੌਲ ਦਾ ਕੀ ਕੁਛ ਹੋਣਾ ਹੈ। ਅਸੀਂ ਗੁਰੂ ਦੇ ਉੱਤੇ ਭਰੋਸਾ ਰੱਖੀਏ। ਗੁਰੂ ਗ੍ਰੰਥ ਸਾਹਿਬ ਸਾਡੇ ਤੋਂ ਇਹ ਸੇਵਾ ਲੈਣ, ਸਾਡੀ ਕੋਈ ਔਕਾਤ ਨਹੀਂ। ਸਾਡਾ ਗੁਰੂ ਬਹੁਤ ਸਮਰੱਥ ਹੈ। ਬਸ ਮੈਂ ਤੁਹਾਨੂੰ ਇੱਕ ਤਾਂ ਇਹ ਕਹਿ ਦਿਆਂ ਪੂਰੀ ਕੌਮ ਨੂੰ ਕਿ ਕੋਈ ਨਿਰਾਸ਼ਤਾ 'ਚ ਜਾਣ ਦੀ ਲੋੜ ਨਹੀਂ। ਅਸੀਂ ਉਦੋਂ ਵੀ ਨਿਰਾਸ਼ ਨਹੀਂ ਹੋਏ ਜਦੋਂ ਸਾਡੇ ਸਿਰਾਂ ਦੇ ਮੁੱਲ ਪੈ ਗਏ ਸੀ। ਸਿਰਫ ਇੱਕ ਸ਼ਬਦਾਵਲੀ ਬੋਲ ਕੇ ਅਕਾਲ ਤਖਤ ਸਾਹਿਬ ਉੱਥੇ ਪਵਿੱਤਰ ਅਸਥਾਨਾਂ 'ਤੇ ਸਾਨੂੰ ਅਪਮਾਨਜਨਕ ਸ਼ਬਦ ਬੋਲ ਕੇ ਅਸੀਂ ਨਿਰਾਸ਼ ਹੋ ਜਾਵਾਂਗੇ? ਨਹੀਂ ਨਹੀਂ ਨਹੀਂ, ਇਹ ਤਾਂ ਭੁਲੇਖੇ ਵਿੱਚ ਨੇ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਤਾਂ ਦੋ ਸੀ ਨਾ ਜਿਹੜੇ ਡੰਡੇ ਲੈ ਕੇ ਖੜ ਗਏ ਸੀ, ਤੇ ਹੁਣ ਤਾਂ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ, ਬੜੀ ਗੁਰੂ ਦੇ ਉੱਤੇ ਭਰੋਸਾ ਰੱਖਣ ਵਾਲੇ, ਇਕੱਲੇ ਸਿੱਖ ਨਹੀਂ, ਹਿੰਦੂ ਤੇ ਮੁਸਲਿਮ, ਪਿਆਰ ਕਰਨ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਰੇ ਇਕਮੁੱਠ ਹੋਈਏ ਤੇ ਆਪਾਂ ਇਹ ਜਿਹੜਾ ਇਹਨਾਂ ਨੂੰ ਲਗਾਤਾਰ ਇਹਨਾਂ ਨੂੰ ਨੰਗੇ ਕਰਾਂਗੇ, ਕਰਤੂਤਾਂ ਇਹਨਾਂ ਦੀਆਂ। ਬਾਕੀ ਇੱਕ ਗੱਲ ਹੋਰ ਕਰਦੇ ਆ ਗੁਰਪ੍ਰੀਤ ਜੀ, ਕਹਿੰਦੇ ਆ ਵੀ ਸੰਸਥਾਵਾਂ ਨੂੰ ਟਾਰਗੇਟ ਕਰਦੇ ਆ। ਮੈਂ ਕਹਿਣਾ ਚਾਹੁੰਦਾ ਸਾਰੀਆਂ ਸਤਿਕਾਰਯੋਗ ਸੰਸਥਾਵਾਂ ਗੁਰੂ ਲਈ ਨੇ, ਨਾ ਕਿ ਗੁਰੂ ਸੰਸਥਾਵਾਂ ਲਈ ਹੈ। ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬਣੀ ਹੈ, ਬਾਦਲ ਕਿਹਾ ਜਾਂ ਸੌਦਾ ਸਾਧ ਲਈ ਨਹੀਂ ਬਣੀ ਹੋਈ। ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਹੈ, ਸਾਨੂੰ ਪਤਾ ਹੈ ਇਸ ਗੱਲ ਦਾ। ਪਰ ਉੱਥੇ ਇਹੋ ਜਿਹੇ ਨਲਾਇਕ ਬਹਿ ਗਏ ਜਿਹੜੇ ਸੌਦਾ ਸਾਧ ਦੇ ਚੇਲਿਆਂ ਦੀ ਪੁਸਤ ਪਨਾਹੀ ਕਰਦੇ ਆ। ਮੇਰੇ ਕੋਲ ਹੁਣ ਮੈਂ ਕਿਹੜੀ ਤੁਹਾਨੂੰ ਦੱਸਾਂ, ਗੁਰੂ ਸਰ ਜਿਹੜੇ ਬੇਅਦਬੀ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਜਤਿੰਦਰਵੀਰ ਜਿੰਮੀ, ਕੁਲਦੀਪ ਪ੍ਰੇਮੀ ਹੈ, ਉਹਨਾਂ ਨੂੰ ਦੁਕਾਨਾਂ ਨਹੀਂ ਦਿੱਤੀਆਂ ਸ਼੍ਰੋਮਣੀ ਕਮੇਟੀ ਨੇ। ਭਗਤਾ ਭਾਈਕਾ ਦੇ ਵਿੱਚ ਆਪਣੀ ਪ੍ਰਾਪਰਟੀ ਸੰਭਾਈ ਰੱਖੀ। ਜੇ ਵੀਰ ਹਰਜੀਤ ਸਿੰਘ ਢਪਾਲੀ ਨੇ, ਲੌਂਗੋਵਾਲ ਪ੍ਰਧਾਨ ਸੀ, ਉਦੋਂ ਉਹਨੂੰ ਕਿਹਾ ਬਈ ਤੂੰ ਉਹਨਾਂ ਤੋਂ ਛਡਾ ਦੁਕਾਨਾਂ, ਦੁਕਾਨ ਨੰਬਰ 61 ਤੇ 80, ਜਤਿੰਦਰਾ ਟੈਲੀਕਾਮ ਤੇ ਦੀਪ ਗਾਰਮੈਂਟਸ, ਡੇਰਾ ਪ੍ਰੇਮੀਆਂ ਕੋਲ। ਡੇਰਾ ਪ੍ਰੇਮੀ ਆਮ ਨਹੀਂ, ਇੱਕ ਤਾਂ ਆਮ ਡੇਰਾ ਪ੍ਰੇਮੀ ਵੀ ਚੱਲ ਨਾਮਦਾਨ ਲੈ ਲਿਆ, ਉਹਨਾਂ ਨੇ ਕੋਈ ਬੇਅਦਬੀ ਤਾਂ ਨਹੀਂ ਕਰੀ, ਪਰ ਬੇਅਦਬੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ਨੂੰ ਦੁਕਾਨਾਂ ਦੇਈ ਰੱਖੀਆਂ। ਜੇ ਹਰਜੀਤ ਸਿੰਘ ਢਪਾਲੀ ਨੇ ਕਿਹਾ ਲੌਂਗੋਵਾਲ ਨੂੰ ਵੀ ਸ਼ਰਮ ਕਰ ਲਓ, ਅੱਜ ਕਹਿ ਰਹੇ ਆ ਸਾਨੂੰ ਅੰਦਰ ਵੜ ਕੇ ਕਹਿੰਦੇ। ਹਰਜੀਤ ਸਿੰਘ ਢਪਾਲੀ ਨੇ ਅੰਦਰ ਵੜ ਕੇ ਕਿਹਾ ਸੀ, ਟੈਲੀਫੋਨ ਤੇ ਕਿਹਾ ਸੀ ਤੁਹਾਨੂੰ, ਤੇ ਲੌਂਗੋਵਾਲ ਦਾ ਜਵਾਬ ਸੀਗਾ ਕੋਈ ਨਹੀਂ ਮੀਟਿੰਗ 'ਚ ਵਿਚਾਰ ਲਾਂਗੇ। ਮੈਨੂੰ ਵੀਰ ਨੇ ਦੱਸਿਆ, ਕਹਿੰਦਾ ਮੀਟਿੰਗ 'ਚ ਕਹਿੰਦਾ ਵਿਚਾਰਾਂਗੇ। ਮੈਂ ਕਮਾਲ ਹੋ ਗਈ ਯਾਰ। ਫਿਰ ਓਪਨਲੀ ਅਸੀਂ ਵੀਡੀਓ ਪਾਈ ਆ ਬਈ ਜੇ ਤੁਸੀਂ ਨਾ ਉਹਨਾਂ ਤੋਂ ਖਾਲੀ ਕਰਾਈਆਂ ਫਿਰ ਅਸੀਂ ਕੋਈ ਕਾਰਵਾਈ ਕਰਾਂਗੇ, ਤਾਂ ਇਹਨਾਂ ਨੇ ਮਜਬੂਰਨ ਖਾਲੀ ਕਰਵਾਈਆਂ। ਮੈਂ ਤੁਹਾਨੂੰ ਕਿੰਨੀਆਂ ਕੁ ਦੱਸਾਂ ਵੀ ਇਹ ਤਾਂ ਜੀ ਇਹ ਮੈਨੂੰ ਲੱਗਦਾ ਜਿਹੜੀ ਇਹਨਾਂ ਦੀ ਸੇਵਾ ਹੈ ਬਾਦਲ ਕਿਆਂ ਦੀ, ਉਹ ਗੁਰੂ ਪੰਥ ਗੁਰੂ ਗ੍ਰੰਥ ਦੀ ਸੇਵਾ ਨਹੀਂ ਇਹ ਕਰ ਸਕੇ, ਇਹ ਸੌਦਾ ਸਾਧ ਦੀ ਸੇਵਾ ਕਰਦੇ ਆ। ਸੁਖਬੀਰ ਨੂੰ ਐਂਡ ਪਾਰਟੀ ਨੂੰ, ਸੌਦਾ ਸਾਧ ਹੁਣ ਜੇਲ੍ਹ 'ਚ ਹੈ, ਉਹਨਾਂ ਦੇ ਡੇਰਾ ਪ੍ਰੇਮੀਆਂ ਨੂੰ ਵਿਚਾਰਿਆਂ ਨੂੰ ਔਖਾ ਹੈ। ਇਹਨੂੰ ਉਹਦੇ ਵਾਲੀ ਗੱਦੀ ਸਾਂਭਣੀ ਚਾਹੀਦੀ ਹੈ। ਤੇ ਆਹ ਜਿਹੜੀ ਬੀਬੀ ਜੰਗੀਰ ਕੌਰ ਹੈ ਜਾਂ ਹੋਰ ਨੇ, ਇਹਨਾਂ ਨੂੰ ਦਿੱਤਿਆ ਨਹੀਂ ਸੀ ਉਹਨਾਂ ਦੇ ਜਿਹੜੇ ਚੇਲੇ ਚਟੜੇ, ਇਹਨਾਂ ਨੂੰ ਉਹ ਉਹਦੇ ਦੇ ਕੇ ਇੱਧਰੋਂ ਸਾਡੇ ਇਹ ਗਲੋਂ ਲਹੋ। ਪਰ ਮਤਲਬ ਇੱਦਾਂ ਤੁਹਾਡਾ ਚੱਲਣਾ ਨਹੀਂ। ਆ ਜਿਹੜੇ ਝੂਠ ਤੂਫਾਨ ਤੁਸੀਂ ਬੋਲਦੇ ਫਿਰਦੇ ਹੋ ਵੀ ਇਹ ਜੀ ਬੇਅਦਬੀ ਉਹਨਾਂ ਨੇ ਕਰਾਤੀ, ਇਹਨੂੰ ਕੋਈ ਮੰਨੂ? ਫਿਰ ਬਹਿ ਕੇ ਗੱਲ ਕਰ ਲਓ ਨਾ, ਬੇਅਦਬੀ ਕਿਹਨੇ ਕਰਵਾਈ ਹੈ। ਮੈਂ ਫਿਰ ਕਹਿਣਾ ਜਿੱਥੇ ਮਰਜ਼ੀ ਬਹਿ ਕੇ ਡਿਬੇਟ ਕਰ ਲੈ। ਜੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਦਿਆ ਜਾਂਦਾ ਹੈ, ਕਿਉਂਕਿ ਬੀਬੀ ਜਗੀਰ ਕੌਰ ਨੇ ਤੁਹਾਡੇ ਵੱਲ ਇਸ਼ਾਰਾ ਕੀਤਾ ਹੈ, ਹੋ ਸਕਦਾ ਕਿ ਉਹ ਤੁਹਾਨੂੰ ਸੱਦਾ ਦੇ ਦੇਣ। ਮੈਂ ਤਾਂ ਸਵਾਗਤ ਕਰੂੰ ਜੀ, ਮੈਂ ਤਾਂ ਹੱਥ ਬੰਨ੍ਹਦਾ ਸਾਰਿਆਂ ਅੱਗੇ ਵੀ ਸੱਦ ਲਓ, ਓਪਨਲੀ ਕਰ ਲਓ ਵਿਚਾਰਾਂ ਬਹਿ ਕੇ। ਹੋਰ ਰੌਲਾ ਕਾਹਦਾ ਸਾਡਾ? ਅਸੀਂ ਸੱਦੀਏ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਰਹਿਣਾ ਤਾਂ ਸੱਚ ਨਹੀਂ ਹੈ ਜੀ। ਮੈਨੂੰ ਕਈ ਵੀਰ ਪ੍ਰੈਸ ਵਾਲੇ ਟੈਲੀਫੋਨ ਕਰਦੇ ਆ, ਜਿਵੇਂ ਵੀਰ ਜੀ ਤੁਸੀਂ ਪਹਿਲਾਂ ਪੁੱਛਦੇ ਵੀ ਹੈਗੇ ਹੋ ਭਾਈ ਸਾਹਿਬ, ਤਿਆਰੀ ਰੱਖਿਓ। ਮੈਨੂੰ ਕਈ ਵੀਰ ਕਹਿੰਦੇ ਆ ਤਿਆਰੀ ਰੱਖਿਓ, ਅਸੀਂ ਆਉਣਾ ਤੁਹਾਡੇ ਨਾਲ ਗੱਲ ਕਰਨ। ਉਹ ਮੈਂ ਕਿਹਾ ਭਰਾਵੋ ਤਿਆਰੀ ਨੂੰ ਮੈਂ ਕਿਹੜਾ ਕੋਈ ਕੋਲੋਂ ਗੱਲਾਂ ਬਣਾਉਣੀਆਂ, ਮੇਰੇ ਤਾਂ ਜ਼ਬਾਨੀ ਯਾਦ ਹੈ, ਜੋ ਕੁਝ ਵਾਪਰਿਆ ਮੈਨੂੰ ਸਾਰਾ ਪਤਾ ਹੈ, ਤੇ ਮੈਂ ਉਹੀ ਦੱਸ ਦੇਣਾ। ਮੈਨੂੰ ਕੋਈ ਤਿਆਰੀ ਕਰਨ ਦੀ ਲੋੜ ਨਹੀਂ। ਬਾਦਲ ਕਿਹਾ ਤੇ ਮੈਨੂੰ ਕੋਈ ਤਿਆਰੀ ਕਰਨ ਦੀ ਲੋੜ ਨਹੀਂ। ਬੇਅਦਬੀ ਮਸਲੇ ਤੇ ਮੈਨੂੰ ਕੋਈ ਤਿਆਰੀ ਕਰਨ ਦੀ ਲੋੜ ਨਹੀਂ। ਮੈਨੂੰ ਜਿੱਦੇ ਮਰਜ਼ੀ ਮੈਨੂੰ ਹੁਣ ਟੈਲੀਫੋਨ ਕਰ ਦੇਣ, ਜਿੰਨਾ ਸਮਾਂ ਅੰਮ੍ਰਿਤਸਰ ਸਾਹਿਬ ਜਾਣ ਨੂੰ ਲੱਗਦਾ ਮੈਂ ਉਹਨਾਂ ਟਾਈਮ ਹੀ ਲੱਗੂ। ਮੈਂ ਤਾਂ ਤਿਆਰ ਰਹਿਣਾ ਗੁਰੂ ਦੀ ਕਿਰਪਾ ਨਾਲ। ਮੇਰੀ ਔਕਾਤ ਕੋਈ ਨਹੀਂ ਆਪਣੀ, ਇਹ ਮੈਂ ਵਾਰ-ਵਾਰ ਕਹਿਣਾ ਬਈ ਗੁਰੂ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਤੁਸੀਂ ਵੇਖਦੇ ਜਾਇਓ। ਇਹਨਾਂ ਨੂੰ ਲਗਾਤਾਰ ਅਸੀਂ ਨੰਗੇ ਕਰਾਂਗੇ, ਇਹ ਦੁਸ਼ਟਾਂ ਨੂੰ ਜਿਹੜੇ ਇਹ ਬੈਠੇ ਆ ਨਾ ਗੁਰੂ ਕੇ ਗੋਲਕਾਂ ਤੇ ਬਣ ਕੇ ਉੱਥੇ ਸੱਪ ਸਾਰਾ ਜੋ ਹੜੱਪ ਕਰ ਰਹੇ ਆ ਸਾਰੇ ਕਰਾਂਗੇ। ਅਜੇ ਤਾਂ ਸਾਡੇ ਕੋਲ ਬਹੁਤ ਪਿਆ ਜੀ ਇਹਨਾਂ ਦਾ। ਇਹ ਤਾਂ ਅਜੇ ਤਾਂ ਥੋੜ੍ਹਾ ਜਿਹਾ 4 ਸਵਾਲ ਹੀ ਪੁੱਛਿਆ, 4 ਨਾਲ ਹੀ ਚੀਕਾਂ ਪੈਂਦੀਆਂ ਨਾ, 4 ਸਵਾਲਾਂ ਨਾਲ। ਸਵਾਲ ਤਾਂ ਸਾਡੇ ਕੋਲ ਹਜ਼ਾਰਾਂ ਪਏ।
ਬਹੁਤ ਬਹੁਤ ਧੰਨਵਾਦ। ਇਹ ਸਨ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਦੇ ਉੱਤੇ ਪਿਛਲੇ ਦਿਨੀ ਬੀਬੀ ਜਗੀਰ ਕੌਰ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਮੀਟਿੰਗ ਦੇ ਵਿੱਚ ਸਿੱਧੇ ਤੌਰ ਤੇ ਇਲਜ਼ਾਮ ਲਾਏ ਗਏ ਸੀ ਕਿ ਇਹਨਾਂ ਨੇ ਬੇਅਦਬੀ ਕਰਾਈ ਹੈ, ਇਹੀ ਦੋਸ਼ੀ ਨੇ ਅਤੇ ਧਰਨੇ ਦਿੱਤੇ ਸੀ। ਪਰ ਜਿਸ ਤਰ੍ਹਾਂ ਦੇ ਜਵਾਬ ਅੱਜ ਹਰਜਿੰਦਰ ਸਿੰਘ ਮਾਝੀ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਦਿੱਤੇ ਗਏ ਨੇ, ਹੁਣ ਦੇਖਣਾ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਤੇ ਕੋਈ ਆਪਣੇ ਵੱਲੋਂ ਕਾਰਵਾਈ ਕਰਦੇ ਆ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਇਸ ਤੇ ਅੱਗੇ ਕੀ ਬੋਲਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਬੇਅਦਬੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਵੱਡਾ ਮੁੱਦਾ ਬਣਦਾ ਦਿਖਾਈ ਦੇ ਰਿਹਾ ਹੈ। ਕੀ ਕੁਝ ਹੋਏਗਾ ਉਸ ਦੀ ਜਾਣਕਾਰੀ ਇਸੇ ਤਰ੍ਹਾਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੁਸੀਂ ਬਣੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ।